ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ, ਸੋ ਪਿੰਜਰ ਲੈ ਜ਼ਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਸ਼੍ਰੀ ਰਾਗ ਕੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਵਾਰ, ਜੋ ਸ਼੍ਰੀ ਰਾਗ ਦੇ ਵਿੱਚ ਸੁਭਾਏਮਾਨ ਹੈ, ਔਰ ਜਿਸ ਵਾਰ ਦੇ ਨਾਲ ਭਾਵ ਪੌੜੀਆਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਲੋਕ ਵੀ ਸੁਭਾਏਮਾਨ ਕੀਤੇ ਨੇ। ਇਸ ਵਾਰ ਦੀ ਮੂਲ ਵਿਚਾਰ ਪੌੜੀ ਹੈ, ਔਰ ਇਸ ਪੌੜੀ ਦੀ ਵਿਚਾਰ ਨੂੰ ਸਮਝਣ ਲਈ ਗੁਰੂ ਪਾਤਸ਼ਾਹ ਜੀ ਦੇ ਨਾਲ ਇਹ ਪਾਵਨ ਸ਼ਲੋਕ ਵੀ ਸੁਭਾਏਮਾਨ ਕੀਤੇ ਨੇ। ਅੱਜ ਦੇ ਇਹ ਪਾਵਨ ਬਚਨ ਜੋ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 99 ਦੇ ਉੱਪਰ ਸੁਭਾਏਮਾਨ ਹਨ। ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਵਿੱਚ ਪਹਿਲਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਦੂਸਰੇ ਸਤਿਗੁਰੂ ਜੀ ਦਾ ਹੈ, ਔਰ ਦੂਸਰਾ ਸ਼ਲੋਕ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਪਾਵਨ ਪੌੜੀ ਦੇ ਇਸ ਪਾਠ ਵਿੱਚ ਜ਼ਿਕਰ ਕੀਤਾ ਕਿ ਆਪਣੇ ਆਪਣੇ ਮਨ ਨੂੰ ਸਮਝਾਓ ਕਿ ਉਹ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੇ, ਔਰ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਹੀ ਆਪਣਾ ਸੀਸ ਨਵਾਵੇ। ਇੱਕ ਦਾ ਧਿਆਨ ਧਰਨਾ ਹੈ, ਇੱਕ ਦੇ ਨਾਮ ਨੂੰ ਧਿਆਉਣਾ, ਇੱਕ ਦੇ ਨਾਮ ਨੂੰ ਜਪਣਾ ਹੈ, ਔਰ ਸੀਸ ਵੀ ਇੱਕ ਅਕਾਲ ਪੁਰਖ ਜੀ ਵਾਹਿਗੁਰੂ ਜੀ ਅੱਗੇ ਹੀ ਝੁਕਾਉਣਾ ਹੈ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਪਾਵਨ ਸ਼ਲੋਕ ਵਿੱਚ ਕਿਰਪਾ ਕਰਦੇ ਕਿ ਜਿਨ੍ਹਾਂ ਦਾ ਸੀਸ ਵਾਹਿਗੁਰੂ ਜੀ ਅੱਗੇ ਨਹੀਂ ਝੁਕਦਾ, ਜੋ ਸਾਰੀ ਦੁਨੀਆ ਦਾ ਮਾਲਕ ਹੈ, ਜੇ ਇਹ ਸੀਸ
ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਨਹੀਂ ਝੁਕਦਾ ਤਾਂ ਫਿਰ ਇਸ ਸੀਸ ਦਾ, ਇਸ ਸਿਰ ਦਾ ਕੋਈ ਫਾਇਦਾ ਨਹੀਂ। ਇਹ ਫਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਜਾਣਾ ਚਾਹੀਦਾ। ਜੇ ਇਹਦੇ ਅੰਦਰ, ਸਿਰ ਦੇ ਅੰਦਰ ਕੀ ਹੈ? ਦਿਮਾਗ। ਦਿਮਾਗ ਦਾ ਮਤਲਬ ਹੈ ਸਾਡਾ ਮਨ, ਮਾਈਂਡ। ਤੇ ਜੇ ਅੰਦਰ ਪ੍ਰਭੂ ਦੇ ਪਿਆਰ ਦੀ ਖਿੱਚ ਪੈਦਾ ਨਹੀਂ ਹੋਈ, ਜੇ ਪਰਮੇਸ਼ਵਰ ਤੋਂ ਵਿਛੜਨ ਦਾ ਬਿਰਹਾ ਪੈਦਾ ਨਹੀਂ ਹੋਇਆ, ਤਾਂ ਫਿਰ ਮਹਾਰਾਜ ਜੀ ਕਹਿੰਦੇ ਆ, ਜਿੱਥੇ ਤੂੰ ਇਹ ਸਿਰ ਆਪਣਾ ਧੜ ਨਾਲੋਂ ਅਲੱਗ ਕਰਨਾ, ਉੱਥੇ ਇਸ ਪਿੰਜਰੇ ਦਾ ਵੀ ਕੋਈ ਲਾਭ ਨਹੀਂ। ਇਹ ਪਿੰਜਰਾ ਵੀ ਜਿਹੜਾ ਹੈ ਉਹ ਤੂੰ ਸਾੜ ਦੇ। ਭਾਵ ਇੱਕ ਹਲੂਣਾ ਦੇਣ ਵਾਸਤੇ। ਨਾ ਅਸੀਂ ਆਪਣਾ ਸਿਰ ਧੜ ਨਾਲੋਂ ਅਲੱਗ ਕਰਨਾ ਤੇ ਨਾ ਹੀ ਅਸੀਂ ਇਸ ਪਿੰਜਰੇ ਨੂੰ ਸਾੜਨਾ ਹੈ। ਤੇ ਜਿਉਂਦਿਆਂ ਜੀ ਨਾ ਹੀ ਇਸ ਤਰ੍ਹਾਂ ਕੋਈ ਪ੍ਰਾਣੀ ਕਰ ਸਕਦਾ। ਇਹ ਤਾਂ ਇੱਕ ਹਲੂਣਾ ਦੇਣ ਵਾਸਤੇ ਹੈ ਵੀ ਕੀ ਫਾਇਦਾ ਇਸ ਪਿੰਜਰੇ ਦਾ। ਪਿੰਜਰੇ ਦਾ ਮਤਲਬ ਹਾਰਡ, ਮਾਸ, ਨਾੜੀ ਕੋ ਪਿੰਜਰ। ਆ ਜਿਹੜਾ ਹੱਡ, ਮਾਸ, ਨਾੜੀ ਦਾ ਬਣਾਇਆ ਹੋਇਆ ਢਾਂਚਾ ਹੈ, ਪਿੰਜਰਾ ਹੈ, ਤੇ ਜੇ ਇਹਦੇ ਅੰਦਰ ਉਹ ਜਿਹੜਾ ਪੰਛੀ ਬੈਠਾ ਹੈ ਜੀਵ ਆਤਮਾ ਦੇ ਰੂਪ ਵਿੱਚ, ਜੇ ਪ੍ਰਭੂ ਨੂੰ ਮਿਲਣ ਦੀ ਤੜਪ ਪੈਦਾ ਨਹੀਂ ਹੋਈ, ਪਰਮੇਸ਼ਵਰ ਤੋਂ ਵਿਛੜਨ ਦਾ ਅਹਿਸਾਸ ਨਾ ਹੋਇਆ, ਤੇ ਫਿਰ ਕੀ ਫਾਇਦਾ ਇਸ ਪਿੰਜਰੇ ਦਾ। ਇਹ ਸਿਰ ਦੁਨੀਆ ਦਾ ਮਾਲਕ ਜਾਂ ਜਿਹਨੇ ਸਿਰਜਣਾ ਕੀਤੀ ਉਹਦੇ ਅੱਗੇ ਨਾ ਝੁਕਿਆ, ਥਾਂ ਥਾਂ ਤੇ ਝੁਕ ਗਿਆ, ਤੇ ਇਸ ਸਿਰ ਦਾ ਵੀ ਕੋਈ ਲਾਭ ਨਹੀਂ ਹੈ। ਭਾਵ ਇਸ ਪਿੰਜਰੇ ਨੂੰ ਵੀ ਫਿਟਕਾਰ ਹੈ ਔਰ ਇਸ ਸਿਰ ਨੂੰ ਵੀ ਫਿਟਕਾਰ ਮਹਾਰਾਜ ਨੇ ਦਿੱਤੀ ਹੈ। ਇਸੇ ਤਰ੍ਹਾਂ ਹੀ ਜਦੋਂ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਹਾਂ, ਤੇ ਉਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਵੀ ਦੋ ਸ਼ਲੋਕ ਇਕੱਠੇ ਹੀ ਸੁਭਾਏਮਾਨ ਨੇ, ਜਿਹਦੇ ਵਿੱਚ ਜੋ ਗੁਰੂ ਅੰਗਦ ਸਾਹਿਬ ਜੀ ਜ਼ਿਕਰ ਕਰ ਰਹੇ ਆ, ਉਹੀ ਬਾਬਾ ਫਰੀਦ ਸਾਹਿਬ ਜੀ ਵੀ ਜ਼ਿਕਰ ਕਰ ਰਹੇ ਨੇ। ਤਕਰੀਬਨ ਜਦੋਂ ਅਸੀਂ ਪਾਵਨ ਸ਼ਲੋਕ ਬਾਬਾ ਫਰੀਦ ਸਾਹਿਬ ਦੇ ਪੜ੍ਹੀਏ, ਇਹ 70 ਔਰ 71 ਨੰਬਰ ਪਾਵਨ ਸ਼ਲੋਕ, ਜਿਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਉਠ ਫਰੀਦਾ ਉਜਹੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਉੱਠ ਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰ। ਉਜਹੂ ਸਾਜ, ਉੱਠ ਕੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰ। ਆਪਣੇ ਸਰੀਰ ਨੂੰ ਹਰਕਤ ਦੇ ਵਿੱਚ ਲਿਆ, ਆਪਣੇ ਸਰੀਰ ਦੇ ਵਿੱਚੋਂ ਆਲਸ ਨੂੰ ਦੂਰ ਕਰ, ਔਰ ਉਸ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਖੁਦਾ ਕਹਿੰਦੇ ਆ, ਰੱਬ ਕਹਿੰਦੇ ਆ, ਉਹਦੀ ਨਿਵਾਜ ਜਿਹੜੀ ਆ ਅਦਾ ਕਰ। ਜਿਵੇਂ ਸਾਨੂੰ ਨਿਤਨੇਮ ਦੇ ਨਾਲ ਜੋੜਿਆ, ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਅਭਿਆਸ ਕਰਨ ਵਾਸਤੇ ਆਖਿਆ। ਜਿਹਨੂੰ ਆਖਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਅਭਿਆਸ ਕਰ, ਉੱਥੇ ਬਾਬਾ ਫਰੀਦ ਸਾਹਿਬ ਜੀ ਇਸਲਾਮੀ ਧਰਮ ਦੇ ਤਲ ਤੇ ਸਮਝਾਉਂਦਿਆਂ ਸਮਝਾ ਸਾਰਿਆਂ ਨੂੰ ਰਹੇ ਆ, ਹਰ ਇੱਕ ਪ੍ਰਾਣੀ ਨੂੰ ਸਮਝਾ ਰਹੇ ਨੇ। ਉੱਠ ਫਰੀਦਾ ਉਜਹੂ ਸਾਜ, ਸੁਬਹ ਨਿਵਾਜ ਗੁਜ਼ਾਰ। ਜਿਹੜੀ ਤੇਰੀ ਸੁਬਹ ਦੀ ਨਿਵਾਜ ਹੈ,
ਭਾਵ ਜਿਹੜਾ ਤੇਰੇ ਸੁਬਹਾ ਦਾ ਨਿਤਨੇਮ ਹੈ, ਤੇਰੇ ਸੁਬਹਾ ਦਾ ਜਿਹੜਾ ਵੀ ਤੂੰ ਆਪਣੇ ਧਰਮ ਦੇ ਮੁਤਾਬਕ ਪਾਠ ਪੂਜਾ ਕਰਦਾ ਹੈ, ਤੂੰ ਉੱਠ, ਜੋ ਤੂੰ ਉੱਠ ਕੇ ਨਿਵਾਜ ਅਦਾ ਕਰਦਾ ਹੈ, ਜੋ ਤੂੰ ਖੁਦਾ ਦਾ ਨਾਮ ਲੈਣਾ ਹੈ, ਉੱਠ ਕੇ ਉਹਨੂੰ ਸਿਮਰ। ਤੇ ਜੇ ਤੂੰ ਅੰਮ੍ਰਿਤ ਵੇਲਾ ਭਾਵ ਸੁਬਹਾ ਦਾ ਇਹ ਵੇਲਾ ਜਿਹੜਾ ਹੈ, ਇਹ ਉੱਠ ਕੇ ਤੂੰ ਪਰਮੇਸ਼ਵਰ ਨੂੰ, ਪਰਮਾਤਮਾ ਨੂੰ, ਖੁਦਾ ਨੂੰ, ਰੱਬ ਨੂੰ ਚੇਤੇ ਨਹੀਂ ਕਰਦਾ, ਤੇ ਫਿਰ ਕੋਈ ਲਾਭ ਨਹੀਂ ਇਹ ਤੇਰਾ ਸਿਰ। ਕਿਉਂਕਿ ਜਦੋਂ ਇਸਲਾਮ ਧਰਮ ਦੇ ਵਿੱਚ ਨਿਵਾਜ਼ ਪੜ੍ਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਖੁਦਾ ਰੱਬ ਜੀ ਅੱਗੇ ਸਿਰ ਨਵਾਇਆ ਜਾਂਦਾ ਹੈ। ਇਸਲਾਮ ਧਰਮ ਦੇ ਵਿੱਚ ਬਾਰ-ਬਾਰ ਸਿਰ ਨਵਾਉਂਦੇ ਆ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੇਰਾ ਉਸ ਸਾਈਂ ਅੱਗੇ ਸਿਰ ਹੀ ਨਾ ਨਿਵਿਆ, ਉੱਠਦਿਆਂ ਸਾਰ ਮਾਇਆ ਧਾਰੀਆਂ ਅੱਗੇ ਸਿਰ ਨਿਭ ਗਿਆ, ਉੱਚੇ ਅਹੁਦੇਦਾਰਾਂ ਅੱਗੇ ਤੇਰਾ ਸਿਰ ਨਿਭ ਗਿਆ, ਮੜੀਆਂ ਮਸਾਣਾ ਦੇ ਧਾਰੀਆਂ ਅੱਗੇ ਤੇਰਾ ਸਿਰ ਨਿਭ ਗਿਆ, ਪਰ ਸਾਰੀ ਦੁਨੀਆ ਦਾ ਮਾਲਕ ਜਿਹੜਾ ਸਾਈਂ ਹੈ, ਜੇ ਉਹਦੇ ਅੱਗੇ ਸਿਰ ਤੇਰਾ ਨਹੀਂ ਨਿਵਿਆ, ਜਾਂ ਸਵੇਰੇ ਸੁਬਹਾ ਉੱਠਦਿਆਂ ਸਾਰ ਤੈਨੂੰ ਕੋਈ ਦੇਹ ਧਾਰੀ ਚੇਤੇ ਆ ਗਿਆ, ਕੋਈ ਮੜੀ ਮਸਾਣ ਚੇਤੇ ਆ ਗਈ, ਤੈਨੂੰ ਉੱਠਦਿਆਂ ਸਾਰ ਕੋਈ ਮਾਇਆ ਧਾਰੀ ਚੇਤੇ ਆ ਗਿਆ, ਤਾਂ ਵੀ ਤੇਰੇ ਇਸ ਜੀਵਨ ਦਾ ਕੋਈ ਲਾਭ ਨਹੀਂ। ਕਿਉਂਕਿ ਉੱਠਦਿਆਂ ਸਭ ਤੋਂ ਪਹਿਲਾਂ ਸਾਨੂੰ ਰੱਬ ਚੇਤੇ ਆਉਣਾ ਚਾਹੀਦਾ ਹੈ। ਉੱਠਦਿਆਂ ਸਾਰ ਸਾਨੂੰ ਪਰਮੇਸ਼ਵਰ ਖੁਦਾ ਚੇਤੇ ਆਉਣਾ ਚਾਹੀਦਾ ਹੈ। ਇਸ ਲਈ ਉੱਠ ਫਰੀਦਾ ਉਜਹੂ ਸਾਜ ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਦੋਵੇਂ ਸ਼ਲੋਕ ਇਕੱਠੇ ਨੇ। ਸੋ ਸਿਰ ਕੀਜੈ ਕਾਏ, ਕੀ ਕਰੇਗਾ ਇਸ ਸਿਰ ਨੂੰ? ਫਿਰ ਬੇਨਤੀ ਕਰਾਂ, ਸਿਰ ਦੀ ਗੱਲ ਹੀ ਕਿਉਂ ਕੀਤੀ ਹੈ? ਕਿਉਂਕਿ ਸਿਰ ਦੇ ਵਿੱਚ ਕੀ ਹੈ? ਦਿਮਾਗ ਹੈ। ਉਸ ਦਿਮਾਗ ਨੂੰ ਅਸੀਂ ਮਾਈਂਡ, ਉਹਨੂੰ ਮਨ ਕਹਿੰਦੇ ਆ। ਜਿਸ ਮਨ ਦੇ ਰਾਹੀਂ ਸਾਰੀ ਖੇਡ ਬਣਨੀ ਹੈ। ਕਿਉਂਕਿ ਮਨ ਨਹੀਂ ਕਹਿਣਾ ਤੂੰ ਫਲਾਣੇ ਅੱਗੇ ਸਿਰ ਨਵਾ, ਮਨ ਨੇ ਹੀ ਇਹ ਅੰਦਰੋਂ ਦੀ ਸੰਕੇਤ ਦੇਣਾ, ਤੇ ਜਿੱਧਰ ਸੰਕੇਤ ਮਿਲਣਾ ਉਧਰ ਸਿਰ ਨਿਭ ਜਾਣਾ, ਉਸੇ ਪਾਸੇ ਸਿਰ ਝੁਕ ਜਾਣਾ। ਮਨ ਨੇ ਆਖਣਾ ਵੀ ਤੂੰ ਫਲਾਣੇ ਦੇ ਚਰਨਾਂ ਵਿੱਚ ਸਿਰ ਨਵਾ, ਇਹ ਸਿਰ ਉਸੇ ਪਾਸੇ ਨਿਭ ਜਾਏਗਾ। ਮਨ ਨੇ ਆਖਣਾ ਵੀ ਤੂੰ ਫਲਾਣੀ ਕਬਰ ਤੇ ਜਾ ਕੇ ਸਿਰ ਨਵਾ, ਇਹ ਉਸ ਪਾਸੇ ਸਿਰ ਨੇ ਝੁਕ ਜਾਣਾ। ਕਿਉਂਕਿ ਪੂਰੀ ਬਾਡੀ ਜਿਹੜੀ ਆ, ਪੂਰਾ ਸਰੀਰ ਜਿਹੜਾ ਹਰਕਤ ਕਰ ਰਿਹਾ, ਇਹ ਮਨ ਦੇ ਤਲ ਤੇ ਹੈ। ਜਿਸ ਦਿਨ ਸਾਡਾ ਦਿਮਾਗ ਬਲੌਕ ਹੋ ਜਾਂਦਾ ਹੈ, ਜਿਸ ਦਿਨ ਇਹ ਸਾਡਾ ਜਿਹੜਾ ਸਿਰ ਵਾਲਾ ਪਾਸਾ ਡੈੱਡ ਹੋ ਜਾਏ, ਤੇ ਇਹ ਸਰੀਰ ਹਰਕਤ ਕਰਨਾ ਬੰਦ ਕਰ ਦਿੰਦਾ ਹੈ। ਇਸ ਲਈ ਸਾਨੂੰ ਇਸੇ ਲਈ ਆਖਿਆ ਵੀ ਇਹ ਸਿਰ ਜੇ ਤੇਰਾ ਸਾਈਂ ਅੱਗੇ ਨਹੀਂ ਨਿਵਿਆ, ਫਿਰ ਇਸ ਦਾ ਫਾਇਦਾ ਕੀ ਹੈ? ਇਹਦਾ ਲਾਭ ਕੀ ਹੈ? ਸੋ ਸਿਰ ਕੀਜੈ ਕਾਏ, ਕੀ ਕਰੇਗਾ ਇਸ ਸਿਰ ਨੂੰ? ਕੁੰਨੇ ਹੇਠ ਜਲਾਈਐ, ਜਿਹੜਾ ਭਾਂਡਾ ਰੱਖਿਆ ਨਾ ਚੁੱਲ੍ਹੇ ਦੇ ਉੱਤੇ, ਉਸ ਭਾਂਡੇ ਦੇ ਹੇਠਾਂ ਇਹਨੂੰ ਰੱਖ ਕੇ ਤੇ ਇਹਨੂੰ ਜਲਾ ਦੇ। ਬਾਲਣ ਸੰਦੈ ਥਾਏ, ਥਾਏ ਮੈਨੇ ਵੀ ਬਾਲਣ ਦੀ ਜਗ੍ਹਾ ਤੇ, ਜਿੱਥੇ ਤੂੰ ਚੁੱਲ੍ਹੇ ਦੇ ਵਿੱਚ ਬਾਲਣ ਪਾਉਣਾ ਨਾ, ਉਸ ਬਾਲਣ ਦੀ ਥਾਂ ਆਪਣੇ ਇਸ ਸਿਰ ਨੂੰ ਰੱਖ ਕੇ ਜਲਾ। ਹਾਲਾਂਕਿ ਫਿਰ ਬੇਨਤੀ ਕਰਾਂ, ਨਾ ਅਸੀਂ ਸਿਰ ਉਤਾਰਨਾ ਤੇ ਨਾ ਇਸ ਸਿਰ ਨੂੰ ਚੁੱਲ੍ਹੇ ਦੇ ਵਿੱਚ ਨਾ ਕੋਈ ਇੱਦਾਂ ਕਰ ਸਕਦਾ, ਤੇ ਨਾ ਹੀ ਕਿਤੇ ਉਸ ਖੁਦਾ ਨੇ, ਰੱਬ ਜੀ ਨੇ ਇਹ ਸਾਨੂੰ ਮੈਸੇਜ ਦਿੱਤਾ ਹੈ ਕਿ ਜੇ ਤੂੰ ਮੈਨੂੰ ਪਾਉਣਾ ਚਾਹੁੰਦਾ ਹੈ ਤਾਂ ਤੈਨੂੰ ਆਪਣਾ ਸਿਰ ਇਸ ਤਰ੍ਹਾਂ
ਜਿਹੜਾ ਉਹ ਮੇਰੇ ਅੱਗੇ ਝੁਕਾਉਣਾ, ਜੇ ਨਹੀਂ ਝੁਕਾਏਗਾ ਤੇ ਇਹਨੂੰ ਚੁੱਲ੍ਹੇ ਦੇ ਹੇਠ ਰੱਖ ਕੇ ਚੁੱਲ੍ਹੇ ਵਿੱਚ ਸਾੜ ਦੇ। ਇਹ ਤਾਂ ਇੱਕ ਹਲੂਣਾ ਦੇਣ ਵਾਸਤੇ ਹੈ, ਇਹ ਸਾਡੇ ਅੰਦਰ ਜਾਗਰਤਾ ਲਿਆਉਣ ਵਾਸਤੇ ਹੈ, ਸਾਡੇ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਹੈ ਕਿ ਇਸ ਸਿਰ ਦਾ ਕੋਈ ਫਾਇਦਾ ਨਹੀਂ ਹੈ, ਕੋਈ ਲਾਭ ਨਹੀਂ ਹੈ ਇਹਦਾ। ਇਸ ਲਈ ਬਾਬਾ ਫਰੀਦ ਸਾਹਿਬ ਨੇ ਆਖਿਆ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ। ਸੰਧੈ ਦਾ ਅਰਥ ਦੇ, ਬਾਲਣ ਦੇ, ਥਾਏ ਦਾ ਮਤਲਬ ਥਾਂ, ਬਾਲਣ ਦੀ ਥਾਂ, ਬਾਲਣ ਦੀ ਜਗ੍ਹਾ ਤੇ ਆਪਣਾ ਸਿਰ ਉਹਦੇ ਵਿੱਚ ਰੱਖ ਕੇ ਜਲਾ। ਜੇ ਇਹ ਸਾਈਂ ਅੱਗੇ ਨਹੀਂ ਝੁਕਦਾ, ਜੇ ਇਹ ਸਾਰੀ ਦੁਨੀਆ ਦੇ ਮਾਲਕ ਅੱਗੇ ਨਹੀਂ ਝੁਕਦਾ, ਥਾਂ ਥਾਂ ਤੇ ਝੁਕ ਜਾਂਦਾ ਹੈ, ਹਰ ਇੱਕ ਥਾਂ ਤੇ ਸਿਰ ਨਿਭ ਜਾਂਦਾ ਹੈ, ਪਰ ਉਹ ਸਾਰੀ ਦੁਨੀਆ ਦੇ ਮਾਲਕ ਅੱਗੇ ਨਹੀਂ ਝੁਕਦਾ, ਫਿਰ ਕੀ ਫਾਇਦਾ ਇਸ ਸੀਸ ਦਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਪਾਵਨ ਸ਼ਲੋਕ ਵਿੱਚ ਸਮਝਾ ਰਹੇ ਆ। ਸਾਹਿਬ ਜੀ ਕਹਿੰਦੇ, ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਆ ਸਿਰ ਜਾਂ ਜਿਸ ਦਾ ਸਿਰ ਸਾਈਂ ਅੱਗੇ, ਜੋ ਸਾਰੀ ਦੁਨੀਆ ਦਾ ਮਾਲਕ ਹੈ, ਕਿਉਂਕਿ ਸਾਈਂ ਦੇ ਵੀ ਭੁਲੇਖੇ ਸਾਨੂੰ ਦੁਨੀਆ ਵਿੱਚ ਪਾਏ ਗਏ। ਜਿਹੜਾ ਅਸਲ ਸਾਈਂ ਸੀ ਉਹ ਸਾਨੂੰ ਚੇਤੇ ਨਹੀਂ ਆਇਆ, ਤੇ ਨਾ ਹੀ ਉਹਦਾ ਸਾਨੂੰ ਕੋਈ ਗਿਆਨ ਦਿਵਾਇਆ ਗਿਆ। ਸਾਨੂੰ ਦੁਨੀਆ ਦਾ ਇੱਕ ਸਾਈਂ ਜਿਹੜਾ ਹੈ ਉਹਦੇ ਕਲਿੱਪ ਬਣਾ ਕੇ, ਵੀਡੀਓ ਬਣਾ ਕੇ ਦੁਨੀਆ ਨੂੰ ਦਿਖਾ ਕੇ ਉਲਝਾ ਦਿੱਤਾ ਗਿਆ। ਜਿਹੜਾ ਅਸਲ ਸਾਈਂ ਸੀ ਉਹਦੇ ਬਾਰੇ ਦੱਸਿਆ ਹੀ ਗਿਆ, ਉਹ ਨਹੀਂ ਗਿਆ, ਜਿਸ ਕਰਕੇ ਹੁਣ ਭੁਲੇਖਾ ਪੈ ਗਿਆ। ਕਈ ਐਸੇ ਭੁਲੇਖੇ ਨੇ, ਕਿਉਂਕਿ ਜੋ ਅੱਖ ਨਾਲ ਦੇਖਣਾ ਉਹ ਭੁਲੇਖਾ ਤੇ ਪੈਣਾ ਹੀ ਪੈਣਾ। ਕਈ ਵਾਰੀ ਬੰਦਾ ਕਹਿੰਦਾ ਅੱਖ ਨਾਲ ਦੇਖਣ ਨਾਲ ਹੀ ਸੱਚਾਈ ਦਾ ਪਤਾ ਲੱਗਦਾ ਹੈ, ਪਰ ਨਹੀਂ, ਕਈ ਵਾਰੀ ਐਸਾ ਕੁਝ ਸੀਨ ਦਿਖਾਇਆ ਜਾਂਦਾ ਹੈ ਕਿ ਅੱਖ ਦੇਖ ਕੇ ਭੁਲੇਖਾ ਖਾ ਜਾਂਦੀ ਹੈ। ਜਿਵੇਂ ਇੱਕ ਸਾਨੂੰ ਸਾਈਂ ਦਾ ਥਾਂ ਜਿਹੜਾ ਬਣਾ ਕੇ ਦਿਖਾ ਦਿੱਤਾ ਗਿਆ, ਅਸੀਂ ਸੋਚਦੇ ਹਾਂ ਬਸ ਇਹੀ ਸਾਈਂ ਹੈ, ਇਸ ਤੋਂ ਉੱਪਰ ਹੈ ਹੀ ਕੋਈ ਨਹੀਂ। ਸਾਨੂੰ ਇੱਕ ਲੱਕੜ ਦੀ ਰੋਟੀ ਬਣਾ ਕੇ ਬਾਬਾ ਫਰੀਦ ਸਾਹਿਬ ਦੇ ਅਸਥਾਨ ਤੇ ਰੱਖ ਦਿੱਤੀ, ਹੁਣ ਜਿਹੜਾ ਦੇਖ ਰਿਹਾ ਉਹਨੂੰ ਤਾਂ ਭੁਲੇਖਾ ਪੈ ਗਿਆ ਨਾ। ਅਸੀਂ ਕਹਿੰਦੇ ਹਾਂ ਵੀ ਕੰਨਾਂ ਨਾਲ ਸੁਣ ਕੇ ਨਹੀਂ, ਅੱਖਾਂ ਨਾਲ ਦੇਖ ਕੇ ਵਿਸ਼ਵਾਸ ਕਰੋ, ਤੇ ਜਿਹੜੀ ਰੋਟੀ ਬਣਾ ਕੇ ਰੱਖੀ ਹੈ ਉਹਦੇ ਤੇ ਵਿਸ਼ਵਾਸ ਕਰੀਏ, ਉਹ ਤਾਂ ਭੁਲੇਖਾ ਪਾ ਰਹੀ ਹੈ। ਬਾਬਾ ਫਰੀਦ ਸਾਹਿਬ ਨੇ ਕਿਹੜੀ ਰੋਟੀ ਦੀ ਗੱਲ ਕੀਤੀ ਹੈ ਤੇ ਬਣਾ ਕੇ ਰੱਖ ਕਿਹੜੀ ਦਿੱਤੀ ਹੈ। ਰੋਟੀ ਮੇਰੀ ਕਾਠ ਕੀ, ਕਾਠ ਮੈਨੇ ਲੱਕੜ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ। ਪਿਛਲੇ ਦਿਨੀ ਇਹਦੀ ਵਿਚਾਰ ਆਪਾਂ ਸਾਂਝੀ ਕਰ ਚੁੱਕੇ ਹਾਂ। ਗੱਲ ਭੁਲੇਖੇ ਦੀ ਕਰ ਰਹੇ ਹਾਂ ਵੀ ਇੱਕ ਭੁਲੇਖਾ ਪਾ ਦਿੱਤਾ ਗਿਆ, ਦੇਖਣ ਵਾਲੇ ਨੂੰ ਭੁਲੇਖਾ ਲੱਗ ਗਿਆ ਵੀ ਸ਼ਾਇਦ ਇਹੀ ਰੋਟੀ ਦਾ ਜ਼ਿਕਰ ਬਾਬਾ ਫਰੀਦ ਸਾਹਿਬ ਨੇ ਕੀਤਾ ਹੈ। ਤਸਵੀਰ ਦੇ ਵਿੱਚ ਅਸੀਂ ਕਾਂ ਬਣਾ ਕੇ ਦਿਖਾ ਦਿੱਤੇ, ਬਾਬਾ ਫਰੀਦ ਸਾਹਿਬ ਦੀ ਤਸਵੀਰ ਵੀ ਬਣਾ ਕੇ ਦਿਖਾ ਦਿੱਤੀ, ਔਰ ਹੱਥਾਂ ਦੀਆਂ ਉਂਗਲਾਂ ਦਾ ਇਸ਼ਾਰਾ ਵੀ ਕਰਦਿਆਂ ਦਿਖਾ ਦਿੱਤਾ। ਇਹ ਦੋਏ ਨੈਣਾ ਮਤ ਛੂਓ, ਉਹ ਕਹਿ ਰਹੇ ਨੇ, ਕਿਉਂਕਿ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਤੇ ਨਾਲ ਹੀ ਕਹਿ ਰਿਹਾ ਸੇ ਅਖੜੀਆਂ ਬੇਅੰਨ, ਉਹ ਤੇ ਅੱਖਾਂ ਹੋਰ ਨੇ, ਤੇ ਜਿਹੜੀ ਬਾਬਾ ਫਰੀਦ ਸਾਹਿਬ ਜੀ ਅੱਖਾਂ ਵੱਲ ਕਹਿ ਰਿਹਾ ਉਹ ਤੇ ਬਾਹਰ ਦੀਆਂ ਅੱਖਾਂ ਨੇ, ਮਾਇਆਵੀ ਅੱਖਾਂ ਨੇ, ਤੇ ਮਾਇਆਵੀ ਅੱਖਾਂ ਦੇ ਨਾਲ ਤੇ ਉਹਦੇ ਦੀਦਾਰ ਹੋ ਹੀ ਨਹੀਂ ਸਕਦੇ। ਇਸ ਲਈ ਸਾਨੂੰ ਗੁਰਬਾਣੀ ਨੂੰ ਸਮਝਣਾ ਪਏਗਾ ਵੀ ਜਿਹੜੇ ਜਿਹੜੇ ਭੁਲੇਖੇ ਸਾਨੂੰ ਪਾਏ ਗਏ ਆ ਉਹ ਕਿਵੇਂ ਦੂਰ ਹੋਣਗੇ। ਉਹ ਗੁਰਬਾਣੀ ਨੂੰ ਵਿਚਾਰ ਕੇ ਹੀ ਦੂਰ ਹੋਣਗੇ। ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ ਨਹੀਂ, ਉਨਾ ਚਿਰ ਭੁਲੇਖੇ ਦੂਰ ਨਹੀਂ ਹੋ ਸਕਦੇ।
ਕੋਈ ਵੀ ਚੀਜ਼ ਹੈ ਜਿੰਨਾ ਚਿਰ ਅਸੀਂ ਸਰਚ ਨਹੀਂ ਕਰਾਂਗੇ ਉਨਾ ਚਿਰ ਗੱਲ ਕਲੀਅਰ ਨਹੀਂ ਹੋਣੀ। ਜਦੋਂ ਅਸੀਂ ਉਹਨੂੰ ਕਿਸੇ ਵੀ ਚੀਜ਼ ਨੂੰ ਸਰਚ ਕਰਕੇ ਵੇਖਾਂਗੇ ਤਾਂ ਪਤਾ ਲੱਗਣਾ ਵੀ ਵਿੱਚ ਕਹਾਣੀ ਕੀ ਹੈ। ਇਸੇ ਤਰ੍ਹਾਂ ਕਈ ਪ੍ਰਕਾਰ ਦੇ ਐਸੇ ਭੁਲੇਖੇ ਜਿਹੜੇ ਨੇ ਉਹ ਸਾਡੇ ਪਾ ਕੇ ਮਨਾਂ 'ਚ ਸਾਨੂੰ ਹੋਰ ਥਾਵਾਂ 'ਤੇ ਉਲਝਾ ਦਿੱਤਾ ਗਿਆ, ਜਿਹਦੇ ਨਾਲ ਅਸੀਂ ਜੁੜਨਾ ਉਹ ਜੁੜ ਨਹੀਂ ਪਾ ਰਹੇ। ਅਸੀਂ ਕਈ ਧਾਰਮਿਕ ਅਸਥਾਨਾਂ ਦੇ ਉੱਤੇ ਵੀ ਐਸੇ ਥਾਂ ਬਣਾ ਕੇ ਦਿੱਤੇ ਨੇ ਜਿੱਥੇ ਬੰਦਾ ਉਲਝ ਜਾਂਦਾ ਹੈ। ਅਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਸੁਲਝਾਉਣ ਵਾਸਤੇ ਆਏ ਹਾਂ। ਉਲਝੀ ਪਈ ਹੈ, ਤਾਣਾ ਪੇਟਾ ਉਲਝਿਆ ਪਿਆ ਹੈ। ਉਹ ਸੁਲਝਣਾ ਕਿਵੇਂ ਹੈ? ਗੁਰਬਾਣੀ ਦੀ ਰੋਸ਼ਨੀ ਵਿੱਚ, ਗੁਰਬਾਣੀ ਦੇ ਗਿਆਨ ਵਿੱਚ, ਗੁਰਬਾਣੀ ਦੀ ਵਿਚਾਰ ਵਿੱਚ। ਪਰ ਜੇ ਅਸੀਂ ਗੁਰਬਾਣੀ ਦੀ ਰੋਸ਼ਨੀ ਲਈ ਨਹੀਂ, ਗਿਆਨ ਲਿਆ ਹੀ ਨਹੀਂ, ਫਿਰ ਕਿਵੇਂ ਸੁਲਝੇਗਾ? ਇਸੇ ਤਰ੍ਹਾਂ ਸਾਈਂ ਦਾ ਅਰਥ ਹੈ ਉਹ ਅਕਾਲ ਪੁਰਖ, ਜਿਹਨੂੰ ਰੱਬ ਕਹਿੰਦੇ ਆ, ਜਿਹਨੂੰ ਖੁਦਾ ਕਹਿੰਦੇ ਆ, ਜਿਹਨੂੰ ਇੱਕ ਓੰਕਾਰ ਆਖਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਉਸ ਸੀਸ ਨੂੰ ਅਲੱਗ ਕਰਦੇ ਆਪਣੇ ਤੋਂ। ਡਾਰ ਦਾ ਅਰਥ ਹੈ, ਡਾਰ ਦੇ ਰਾਰੀ ਨੂੰ ਸਿਹਾਰੀ ਹੈ, ਇਹਨੂੰ ਕੱਟ ਕੇ ਵੱਢ ਕੇ, ਰਾਰੀ ਨੂੰ ਸਿਹਾਰੀ ਕੇ ਦੀ ਆਵਾਜ਼ ਦੇਗੀ ਵੀ ਇਹਨੂੰ ਵੱਢ ਕੇ ਕੱਟ ਕੇ ਪਾਸੇ ਕਰ ਦੇ, ਜਿਹੜਾ ਸਿਰ ਦੇ ਸਾਈਂ ਦੇ ਅੱਗੇ ਨਹੀਂ ਝੁਕਦਾ। ਇੱਕ ਦਿਨ ਇਹ ਵਿਚਾਰ ਕੀਤੀ ਤੇ ਕੁਝ ਨੌਜਵਾਨ ਬੱਚਿਆਂ ਨੇ ਸਵਾਲ ਕੀਤਾ ਕਿ ਸਾਨੂੰ ਆਪਣੇ ਮਾਂ-ਬਾਪ ਅੱਗੇ ਸਿਰ ਨਹੀਂ ਨਿਵਾਉਣਾ ਚਾਹੀਦਾ? ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਨਹੀਂ ਨਿਵਾਉਣਾ ਚਾਹੀਦਾ? ਕਿ ਜਿਹੜੇ ਸਾਡੇ ਘਰ ਵਿੱਚ ਬਜ਼ੁਰਗ ਬੈਠੇ ਆ, ਦਾਦਾ ਦਾਦੀ ਦੇ ਰੂਪ ਵਿੱਚ, ਨਾਨਾ ਨਾਨੀ ਦੇ ਰੂਪ ਵਿੱਚ ਬੈਠੇ ਆ ਬਜ਼ੁਰਗ, ਕਿ ਸਾਨੂੰ ਉਹਨਾਂ ਅੱਗੇ ਸਿਰ ਨਹੀਂ ਨਿਵਾਉਣਾ ਚਾਹੀਦਾ? ਉਹ ਇੱਕ ਅਲੱਗ ਵਿਸ਼ਾ ਹੈ। ਸੀਸ ਅਸੀਂ ਉਹਨਾਂ ਅੱਗੇ ਅਸੀਂ ਮਾਂ-ਬਾਪ ਅੱਗੇ ਵੀ, ਮਾਂ-ਬਾਪ ਦੇ ਤਾਂ ਬਕਾਇਦਾ ਪੈਰੀ ਹੱਥ ਲਾਉਣੇ ਆ। ਅਸੀਂ ਆਪਣੇ ਘਰ ਵਿੱਚ ਬੈਠੇ ਹੋਏ ਬਜ਼ੁਰਗ ਦੇ ਤਾਂ ਬਕਾਇਦਾ ਅਸੀਂ ਪੈਰੀ ਹੱਥ, ਔਰ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਅੱਜ ਸਮਾਂ ਹਾਏ ਬਾਏ ਦਾ ਹੈ। ਅੱਜ ਤੇ ਦੂਰੋਂ ਹੀ ਹੱਥ ਹਿੱਲ ਜਾਂਦਾ, ਬਜ਼ੁਰਗ ਹੋਵੇ, ਮਾਂ-ਬਾਪ ਹੋਣ, ਕੋਈ ਹਮ ਉਮਰ ਹੋਵੇ, ਵੱਡਾ ਹੋਵੇ, ਛੋਟਾ, ਸਾਰੇ ਇੱਕ ਬਰਾਬਰ ਹੀ ਆਪਾਂ ਕਰ ਦਿੱਤੇ। ਭਾਵੇਂ ਸਾਡੇ ਤੋਂ ਕੋਈ ਛੋਟਾ ਹੈ, ਭਾਵੇਂ ਹਮ ਉਮਰ ਦਾ ਹੈ, ਭਾਵੇਂ ਮਾਂ-ਬਾਪ ਨੇ, ਭਾਵੇਂ ਬਜ਼ੁਰਗ ਘਰ 'ਚ ਬੈਠਾ ਹੈ, ਅਸੀਂ ਸਾਰਿਆਂ ਨੂੰ ਹੀ ਹੱਥ ਹਿਲਾ ਕੇ ਹਾਏ ਬਾਏ ਕਰਕੇ ਉਹ ਚਲੇ ਜਾਂਦੇ ਹਾਂ। ਪਰ ਨਹੀਂ, ਇੱਕ ਮਾਂ-ਬਾਪ ਦੀ ਅਸੀਸ ਵੀ ਬੜੀ ਜ਼ਰੂਰੀ ਸੀ। ਇੱਕ ਬਜ਼ੁਰਗ ਦੀ ਅਸੀਸ ਵੀ ਸਾਡੀ ਜ਼ਿੰਦਗੀ ਵਿੱਚ ਬੜਾ ਅਸਰ ਕਰਦੀ ਹੈ। ਉਹ ਇੱਕ ਸਤਿਕਾਰ ਹੈ, ਉਹ ਸਾਡਾ ਇੱਕ ਰਿਸਪੈਕਟ ਹੈ ਆਪਣੇ ਮਾਂ-ਬਾਪ ਦੇ ਪ੍ਰਤੀ, ਆਪਣੇ ਬਜ਼ੁਰਗਾਂ ਦੇ ਪ੍ਰਤੀ। ਸਾਨੂੰ ਤੇ ਜੇ ਨਾਮ ਦੀ ਕਮਾਈ ਵਿੱਚ ਰੰਗੇ ਹੋਏ ਦੀ ਵੀ ਗੱਲ ਕੀਤੀ ਤੇ ਮਹਾਰਾਜ ਕਹਿੰਦੇ ਨੇ ਉਹਦੇ ਵੀ ਚਰਨਾਂ ਦੀ ਧੂੜੀ ਮੰਗ। ਹਾਲਾਂਕਿ ਧੂੜੀ ਦਾ ਅਰਥ ਸੰਗਤ ਹੈ, ਭਾਵ ਸੰਗਤ ਕਰ, ਪਰ ਜੇ ਗੁਰਸਿੱਖੜੇ ਦੀ ਗੱਲ ਕੀਤੀ ਤਾਂ ਮਹਾਰਾਜ ਨੇ ਬਕਾਇਦਾ ਆਖਿਆ ਵੀ ਉਹਦੇ ਪੈਰੀਂ ਪੈ ਜਾ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਉਹਦੇ ਅੱਗੇ ਨਿਵ ਨਿਵ ਮੈਨੇ ਉਹਦੇ ਅੱਗੇ ਸੀਸ ਨਵਾ, ਕਿਉਂਕਿ ਇਹਦੀ ਕਮਾਈ ਵੱਡੀ ਹੈ। ਜੋਗੀ ਕਹਿੰਦੇ ਆ ਸਾਡੀ ਕਮਾਈ ਵੱਡੀ ਆ, ਅਸੀਂ ਉਮਰਾਂ ਕਰਕੇ ਵੱਡੇ ਆ। ਸਾਡੀ ਕਈ ਉਮਰਾਂ ਬਹੁਤ ਵੱਡੀਆਂ ਨੇ। ਗੁਰੂ ਨਾਨਕ ਸਾਹਿਬ ਨੂੰ ਬਾਲਾ ਕਹਿੰਦੇ ਆ, ਬਾਲਕ ਕਹਿੰਦੇ ਨੇ। ਪਰ ਜਦੋਂ ਪਤਾ ਲੱਗਾ ਵੀ ਅਸੀਂ ਉਮਰਾਂ ਦਾ ਮਾਣ ਤੇ ਜੋਗ ਸਾਧਨਾ ਦਾ ਮਾਣ ਕਰੀ ਬੈਠੇ ਆ, ਪਰ ਜਿਹੜਾ ਬਾਲਕ ਸਾਡੇ ਅੱਗੇ ਬੈਠਾ ਹੈ ਇਹ ਤੇ ਕਈ ਗੁਣਾ ਵੱਧ ਸਾਡੇ ਤੋਂ ਕਮਾਈ ਕਰਕੇ ਬੈਠਾ ਹੈ। ਫਿਰ ਉਹਨਾਂ ਨੇ ਸਿਰ ਨਵਾਇਆ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਔਰ ਗੁਰੂ ਨਾਨਕ ਸਾਹਿਬ ਜੀ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦੇ ਆ
ਤੇ ਬਕਾਇਦਾ ਕਹਿੰਦੇ ਆ ਵੀ ਤੁਸੀਂ ਸੀਸ ਨਵਾਓ, ਭਾਵ ਅੱਜ ਤੋਂ ਇਹ ਮੰਨਣਾ ਕਿ ਤੁਸੀਂ ਜੇ ਗੁਰੂ ਚਰਨਾਂ ਵਿੱਚ ਜੁੜਨਾ ਹੈ ਤੇ ਗੁਰੂ ਅੰਗਦ ਸਾਹਿਬ ਜੀ ਦੇ। ਇਸੇ ਤਰ੍ਹਾਂ ਹੀ ਇਹ ਲੜੀ ਚੱਲਦੀ ਆ ਰਹੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਕਾਇਦਾ ਆਖਿਆ ਵੀ ਤੁਸੀਂ ਗੁਰੂ ਰਾਮਦਾਸ ਜੀ ਦੇ ਅੱਗੇ ਝੁਕਣਾ ਹੈ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਉ, ਗੱਲ ਉੱਥੇ ਵੀ ਪੈਰੀ ਦੀ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਆਖਿਆ ਅੱਜ ਤੋਂ ਸੀਸ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਿਵਾਉਣਾ। ਕਿਉਂ? ਕਿਉਂਕਿ ਇਹ ਸਾਨੂੰ ਸਾਈਂ ਨਾਲ ਜੋੜਦੇ ਆ, ਇਹ ਸਾਨੂੰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜਦੇ ਆ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਸੇ ਸਰੀਰ ਨਾਲ ਜਾਂ ਕਿਸੇ ਮੜੀ ਮਸਾਣ ਨਾਲ ਨਹੀਂ ਜੋੜਦੇ। ਜੇ ਗੁਰਸਿੱਖੜੇ ਦੀ ਵੀ ਗੱਲ ਕੀਤੀ ਹੈ ਤੇ ਕੋਈ ਗੁਰਸਿੱਖੜਾ ਜਿਹੜਾ ਉਹ ਤੁਹਾਨੂੰ ਮੜੀ ਵੱਲ ਨਹੀਂ ਲਿਜਾਏਗਾ। ਜੇ ਮਹਾਰਾਜ ਨੇ ਆਖਿਆ ਜੋ ਦਿਸੈ ਗੁਰਸਿੱਖੜਾ, ਤੇ ਫਿਰ ਮਹਾਰਾਜ ਨੇ ਕਿਉਂ ਆਖਿਆ? ਕਿਉਂਕਿ ਉਹ ਗੁਰਸਿੱਖੜਾ ਉਹ ਹੈ ਜਿਹੜਾ ਸਫਲ ਹੋ ਚੁੱਕਾ ਹੈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ, 3 ਸ਼ਬਦ ਨੇ, ਸਿੱਖ, ਗੁਰਸਿੱਖ ਤੇ ਗੁਰਸਿੱਖੜਾ। ਸਿੱਖ ਉਹ ਹੈ ਜਿਹੜਾ ਹਜੇ ਸਿੱਖ ਰਿਹਾ ਹੈ, ਗੁਰਸਿੱਖ ਉਹ ਹੈ ਜਿਹੜਾ ਸਿੱਖ ਕੇ ਤੁਰ ਪਿਆ ਹੈ, ਤੇ ਗੁਰਸਿੱਖੜਾ ਉਹ ਹੈ ਜਿਹੜਾ ਮੰਜ਼ਲ ਤੇ ਪਹੁੰਚ ਗਿਆ ਹੈ। ਸਿੱਖ ਦੀ ਧੂੜ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੀ ਨਹੀਂ ਤੂੰ ਸਿੱਖ ਦੀ ਧੂੜ ਲੈ। ਮਹਾਰਾਜ ਨੇ ਜੇ ਧੂੜ ਦੀ ਗੱਲ ਕੀਤੀ ਹੈ ਤਾਂ ਗੁਰਸਿੱਖ ਦੀ ਗੱਲ ਕੀਤੀ ਹੈ। ਗੁਰਸਿੱਖਾਂ ਕੀ ਹਰ ਧੂੜ ਦੇ, ਸਿੱਖ ਦੀ ਇਕੱਲੇ ਦੀ ਇਕੱਲਾ ਸਿੱਖ ਨਹੀਂ ਆਇਆ। ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਉੱਥੇ ਵੀ ਗੁਰਸਿੱਖ ਆਇਆ। ਤੇ ਜਦੋਂ ਗੁਰਸਿੱਖੜਾ ਆਇਆ ਤੇ ਉੱਥੇ ਮਹਾਰਾਜ ਨੇ ਧੂੜ ਨਹੀਂ ਆਖਿਆ, ਉੱਥੇ ਆਖਿਆ ਨਿਵ ਨਿਵ ਲਾਗੋਂ ਪਾਏ ਜਿਉ। ਕਿਉਂ? ਕਿਉਂਕਿ ਉਸ ਗੁਰਸਿੱਖੜੇ ਨੇ ਤੁਹਾਨੂੰ ਮੜੀ ਮਸਾਣ ਤੇ ਅਧੂਰੇ ਨਾਲ ਨਹੀਂ ਜੋੜਨਾ, ਕਿਉਂਕਿ ਉਹ ਜਿਸ ਪੂਰੇ ਵਿੱਚ ਲੀਨ ਹੋ ਗਿਆ ਉਹਨੇ ਤੁਹਾਨੂੰ ਉਸ ਪੂਰੇ ਨਾਲ ਹੀ ਜੋੜਨਾ ਹੈ। ਇਸ ਵਾਸਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖਿਆ ਜਿਹੜਾ ਸਿਰ ਸਾਈਂ ਅੱਗੇ ਨਾ ਨਿਵੇ ਉਹ ਸਿਰ ਲਾ ਦੇਣਾ ਚਾਹੀਦਾ ਹੈ। ਨਾਨਕ ਗੁਰੂ ਅੰਗਦ ਸਾਹਿਬ ਜੀ ਕਹਿ ਰਹੇ ਨੇ, ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਪਿੰਜਰ ਹਾਡ ਮਾਸ ਨਾਰੀ ਕੋ ਪਿੰਜਰ। ਜੇ ਇਸ ਪਿੰਜਰ ਦੇ ਅੰਦਰ ਕੀ ਹੈ? ਉਹ ਪੰਖੀ ਵਸੈ ਵਿਚਾਰਾ, ਪੰਖੀ ਜੀਵ ਆਤਮਾ। ਜੇ ਉਹਦੇ ਅੰਦਰ ਬਿਰਹਾ ਹੀ ਨਹੀਂ ਪੈਦਾ ਹੋਇਆ, ਉਹਦੇ ਤੋਂ ਵਿਛੜਨ ਜਿਹੜਾ ਵਿਛੋੜਾ ਹੈ ਉਹਦੀ ਤੜਪ ਹੀ ਨਹੀਂ ਅੰਦਰ ਲੱਗੀ, ਜਾਂ ਉਹਨੂੰ ਮਿਲਣ ਵਾਸਤੇ ਪ੍ਰੇਮ ਦੀ ਖਿੱਚ ਹੀ ਨਹੀਂ ਪੈਦਾ ਹੋਈ ਅੰਦਰ, ਤੇ ਫਿਰ ਇਹ ਪਿੰਜਰ ਵੀ ਸਾੜ ਦੇਣਾ ਚਾਹੀਦਾ ਹੈ। ਇਹ ਕੋਈ ਲਾਭ ਨਹੀਂ। ਜਿਵੇਂ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਕਿ ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕੀ ਕੀਤਾ ਤੂੰ? ਜਿਹਨੇ ਤੇਰੀ ਰਚਨਾ ਰਚੀ ਸੀ ਤੂੰ ਉਹਨੂੰ ਹੀ ਯਾਦ ਨਹੀਂ ਕਰਦਾ, ਉਹਨੂੰ ਅੰਦਰ ਵਸਾਉਂਦਾ ਨਹੀਂ, ਤੇ ਕੀ ਫਾਇਦਾ ਇਸ ਸਰੀਰ ਦਾ? ਗੁਰੂ ਅੰਗਦ ਸਾਹਿਬ ਜੀ ਕਹਿੰਦੇ ਸੋ ਪਿੰਜਰ ਲੈ ਜਾਰ, ਉਸ ਪਿੰਜਰੇ ਨੂੰ ਸਾੜ ਦਿਓ। ਇਹ ਜਾਗਰਤਾ ਲਿਆਉਣ ਵਾਸਤੇ ਹੈ, ਸਾਨੂੰ ਹੋਸ਼ ਵਿੱਚ ਲਿਆਉਣ ਵਾਸਤੇ ਹੈ, ਤਾਂ ਕਿ ਸਾਨੂੰ ਹੋਸ਼ ਆਵੇ, ਸਾਨੂੰ ਹਲੂਣਾ ਮਿਲੇ ਵੀ ਏਡੀ ਵੱਡੀ ਚੋਟ ਦੇ ਰਹੇ ਆ, ਵੀ ਉਹ ਸਿਰ ਵੀ ਕੱਟ ਕੇ ਲਾ ਦਿਓ, ਜਾਂ ਸਿਰ ਨੂੰ ਵੀ ਉਸ ਬਾਬਾ ਫਰੀਦ ਸਾਹਿਬ ਜੀ ਵਾਂਗੂ ਵੀ ਚੁੱਲ੍ਹੇ ਵਿੱਚ ਲੱਕੜ ਦੀ ਥਾਂ ਤੇ ਰੱਖ ਕੇ ਬਾਲ ਦਿਓ। ਏਡਾ ਵੱਡਾ ਹਲੂਣਾ ਕਿ ਜੇ ਅੰਦਰ ਪ੍ਰਭੂ ਨੂੰ ਮਿਲਣ ਦੀ ਤੜਪ ਹੀ ਪੈਦਾ ਨਹੀਂ ਹੋਈ, ਸੰਸਾਰ ਨਾਲ ਪ੍ਰੀਤ, ਪਦਾਰਥਾਂ ਨਾਲ ਪ੍ਰੀਤ ਹੈ, ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਪ੍ਰੀਤ ਹੈ, ਪਰ ਦਾਤੇ ਨਾਲ ਪ੍ਰੀਤ ਨਹੀਂ, ਤੇ ਫਿਰ ਗੁਰੂ ਸਾਹਿਬ ਕਹਿੰਦੇ ਕੋਈ ਲਾਭ ਨਹੀਂ ਇਸ ਪਿੰਜਰੇ ਦਾ, ਇਹਨੂੰ ਵੀ ਸਾੜ ਦੇਣ ਵਿੱਚ ਹੀ ਭਲਾ ਹੈ। ਮਹੱਲਾ ਪੰਜਵਾ। ਮੁੰਡਹ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ। ਕਸਤੂਰੀ ਕੈ ਭੁੱਲੜ
ਗੰਦੇ ਡੁਮ ਪਈਆਸ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ ਸਾਹਿਬ ਜੀ ਕਹਿੰਦੇ, ਮੁੰਡਹੋਂ ਭੁੱਲੀ ਨਾਨਕਾ। ਮੁੰਡੋ ਦਾ ਅਰਥ ਹੈ ਮੁੱਢ ਤੋਂ ਹੀ, ਸ਼ੁਰੂ ਤੋਂ ਹੀ, ਸ਼ੁਰੂਆਤ ਤੋਂ ਹੀ। ਭੁੱਲੀ ਦਾ ਅਰਥ ਹੈ ਜੀਵ ਆਤਮਾ ਭੁੱਲ ਗਈ ਕਿ ਇਹ ਜਨਮ ਪਰਮੇਸ਼ਵਰ ਦੇ ਮਿਲਾਪ ਵਾਸਤੇ ਹੈ। ਜਿਹੜੀ ਭੁੱਲ ਗਈ ਹੈ ਨਾਨਕਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਫਿਰ ਮੁੜ ਮੁੜ ਕੇ ਜਨਮ ਮੁਈ ਆਸ। ਕਿਉਂਕਿ ਅੰਦਰ ਆਤਮਿਕ ਤਲ ਤੇ ਮੌਤ ਹੋ ਗਈ ਨਾ, ਅੰਦਰ ਆਤਮਿਕ ਤਲ ਤੇ ਜਿਹੜਾ ਸੀ ਉਹ ਮੌਤ ਐਸੀ ਆ ਗਈ ਕਿ ਹੁਣ ਇੱਕ ਆਸ ਜਿਹੜੀ ਸੀ ਬਣੀ ਹੋਈ ਪਰਮੇਸ਼ਵਰ ਦੀ ਮਿਲਣ ਦੀ, ਉਹ ਆਸ ਫਿਰ ਅਧੂਰੀ ਰਹਿ ਗਈ। ਤੇ ਜਿੰਨਾ ਚਿਰ ਇਹ ਆਸ ਨਹੀਂ ਪੂਰੀ ਹੁੰਦੀ, ਜਿੰਨਾ ਚਿਰ ਹੁਣ ਪਹਿਲਾਂ ਤੇ ਸਾਨੂੰ ਅਰਦਾਸ ਕਰਨੀ ਹੈ, ਇਹ ਜਨਮ ਤੁਮਾਰੇ ਲਿਖਿਆ, ਉਹ ਕਦੋਂ ਹੋਏਗੀ? ਜਦੋਂ ਅੰਦਰ ਆਸ ਵਿੱਚ ਜਾਗਰਤਾ ਪੈਦਾ ਹੋਏਗੀ, ਜਦੋਂ ਇਹ ਤੜਪ ਪੈਦਾ ਹੋਏਗੀ ਕਿ ਜਨਮ ਪਰਮੇਸ਼ਵਰ ਨੂੰ ਮਿਲਣ ਵਾਸਤੇ ਮਿਲਿਆ। ਉਹ ਤੜਪ ਕੀ ਹੈ? ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖਿਆ। ਪਰ ਜੇ ਮੁੱਢ ਤੋਂ ਹੀ ਪਰਮੇਸ਼ਵਰ ਨੂੰ ਵਿਸਾਰ ਦਿੱਤਾ, ਮੁੱਢ ਤੋਂ ਹੀ ਉਹਨੂੰ ਭੁਲਾ ਦਿੱਤਾ, ਤੇ ਇਹ ਬਾਰ-ਬਾਰ ਦਾ ਜਨਮ ਮਰਨ ਦਾ ਗੇੜ ਇਸੇ ਤਰ੍ਹਾਂ ਜੀਵ ਆਤਮਾ ਵਾਸਤੇ ਬਣਿਆ ਰਹਿੰਦਾ ਹੈ। ਕਸਤੂਰੀ ਕੈ ਭੋਲੜੈ, ਗੰਦੇ ਡੁੰਮ ਪਈਆਸ। ਡੂਮ ਤੇ ਡੁੰਮ ਵਿੱਚ ਬੜਾ ਫਰਕ ਜੀ, ਅਰਥ ਬਦਲ ਜਾਣਗੇ। ਡੁੰਮ ਮਾਂ ਨੂੰ ਸਿਹਾਰੀ, ਮਾਂ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ। ਕਹਿਣ ਲੱਗੇ ਟੋਇਆ। ਜੇ ਡੁੰਮ ਦਾ ਅਰਥ ਜੇ ਮਾਂ ਨੂੰ ਸਿਹਾਰੀ ਨਾ ਹੋਵੇ ਤੇ ਟੋਆ, ਤੇ ਜੇ ਸਿਹਾਰੀ ਲੱਗ ਗਈ ਤਾਂ ਟੋਏ ਵਿੱਚ। ਕਹਿੰਦੇ ਨੇ ਗੰਦੇ ਟੋਏ ਦੇ ਵਿੱਚ ਜਾ ਕੇ ਸੁਰਤ ਜਿਹੜੀ ਸੀ ਉਹ ਸਾਡੀ ਡਿੱਗ ਗਈ। ਕਿਵੇਂ? ਜਿਸ ਤਰ੍ਹਾਂ ਹਿਰਨ ਦੇ ਅੰਦਰ ਕਸਤੂਰੀ ਹੈ ਨਾ, ਕਸਤੂਰੀ ਕੈ ਭੋਲੜੈ, ਉਹ ਭੁਲੇਖਾ ਪੈ ਗਿਆ ਕਸਤੂਰੀ ਦਾ ਵੀ, ਇਹ ਤਾਂ ਖੁਸ਼ਬੂ ਬਾਹਰੋਂ ਆ ਰਹੀ ਹੈ। ਉਹ ਹਿਰਨ ਭੱਜਿਆ ਦੌੜਿਆ ਜਾਂਦਾ ਹੈ ਤੇ ਜਾ ਕੇ ਇੱਕ ਗੰਦਲੇ ਟੋਏ ਵਿੱਚ ਜਾ ਕੇ ਡਿੱਗ ਜਾਂਦਾ ਹੈ। ਹੁਣ ਉਹ ਜਿਹੜੀ ਕਸਤੂਰੀ ਦੀ ਖੁਸ਼ਬੂ ਆ ਤਾਂ ਅੰਦਰੋਂ ਹੀ ਰਹੀ ਸੀ, ਪਰ ਭੁਲੇਖਾ ਬਾਹਰ ਦਾ ਪੈ ਗਿਆ। ਉਸ ਬਾਹਰ ਦੇ ਭੁਲੇਖੇ ਨੇ ਗੰਦੇ ਟੋਏ ਵਿੱਚ ਜਾ ਕੇ ਸੁੱਟ ਦਿੱਤਾ। ਸਾਡੀ ਸੁਰਤ ਦਾ ਵੀ ਇਹੀ ਹਾਲ ਹੈ, ਲਿਬੜੀ ਪਈ ਹੈ ਗੰਦਗੀ ਦੇ ਨਾਲ, ਚਿੱਕੜ ਦੇ ਨਾਲ ਲਿਬੜੀ ਪਈ ਹੈ ਸਾਡੀ ਸੁਰਤ, ਗੰਦਲੀ ਹੋਈ ਪਈ ਹੈ। ਕਿਉਂਕਿ ਇਹ ਅੰਦਰ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਇਹ ਅੰਦਰ ਹੈ, ਕਹਿੰਦੇ ਨੇ ਉਹ ਅੰਮ੍ਰਿਤ ਦਾ ਰਸ, ਪਰ ਉਹਨੂੰ ਨਹੀਂ ਸਮਝ ਆਈ, ਉਹ ਸੁਰਤ ਬਾਹਰ ਚਲੀ ਗਈ। ਜਦੋਂ ਸੁਰਤ ਬਾਹਰ ਗਈ ਤੇ ਬਾਹਰ ਜਾ ਕੇ ਇੱਕ ਗੰਦਲੇ ਟੋਏ ਵਿੱਚ ਜਾ ਕੇ ਡਿੱਗ ਪਈ। ਇਸ ਲਈ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਸਭ ਕਹਿੰਦੇ ਉਸ ਹਿਰਨੀ ਦੀ ਤਰ੍ਹਾਂ ਤੇਰੀ ਸੁਰਤ ਹੋ ਗਈ ਹੈ। ਉਹ ਵੀ ਕਸਤੂਰੀ ਦੇ ਪਿੱਛੇ ਭੁਲੇਖੇ ਦੇ ਵਿੱਚ ਬਾਹਰ ਭਟਕਦਿਆਂ ਸ਼ਿਕਾਰੀ ਦੇ ਹੱਥ ਵੀ ਆ ਜਾਣਾ ਤੇ ਗੰਦੇ ਟੋਏ ਵਿੱਚ ਵੀ ਜਾ ਕੇ ਡਿੱਗ ਜਾਣਾ। ਇਸੇ ਤਰ੍ਹਾਂ ਹੇ ਪ੍ਰਾਣੀ, ਤੇਰੀ ਵੀ ਜਿਹੜੀ ਹਾਲਤ ਇਸੇ ਤਰ੍ਹਾਂ ਹੈ। ਗੰਦੇ ਡੁੰਮ ਪਈ ਆਸ, ਗੰਦੇ ਟੋਏ ਵਿੱਚ ਜਾ ਕੇ ਸੁਰਤ ਜਿਹੜੀ ਆ ਉਹ ਡਿੱਗ ਗਈ ਹੈ। ਤੇ ਗੰਦੇ ਟੋਏ ਵਿੱਚੋਂ ਕੀ ਖੁਸ਼ਬੂ ਆਏਗੀ? ਨਹੀਂ, ਉੱਥੇ ਤਾਂ ਗੰਦਗੀ ਦੀ ਬਦਬੂ ਆਉਣੀ ਹੈ। ਹੁਣ ਸੁਰਤ ਗੰਦੇ ਟੋਏ ਵਿੱਚ ਡਿੱਗੀ ਹੈ ਤੇ ਸਾਡੇ ਅੰਦਰ ਕੀ ਹੈ? ਫਿਰ ਗੰਦਗੀ ਭਰ ਗਈ। ਐਸੀ ਗੰਦਗੀ ਅੰਦਰ ਭਰ ਗਈ ਹੈ ਕਿ ਬੰਦਾ ਜਦੋਂ ਮੁਖ ਤੋਂ ਬੋਲਦਾ ਹੈ, ਇਹਦੇ ਅੰਦਰੋਂ ਜਿਹੜੀ ਹਵਾੜ, ਇਹਦੇ ਅੰਦਰੋਂ ਜਿਹੜੇ ਬੋਲ ਨੇ ਉਹ ਵੀ ਗੰਦਲੇ ਹੀ ਨਿਕਲਦੇ ਨੇ। ਮੁਖ ਆਵਤ ਤਾਂ ਕਹਿ ਦੁਰਗੰਧ, ਉਹ ਦੁਰਗੰਧ ਭੈੜੀ ਬਦਬੂ ਇਹਦੇ ਮੁਖ ਚੋਂ ਆਉਂਦੀ ਹੈ। ਕਿਹੜੇ ਉਹ ਬੋਲ, ਜਿਹੜੇ ਬੋਲ ਗੰਦਲੇ ਭੈੜੇ ਬੋਲ ਮੁਖੋਂ ਬੋਲਦਾ ਨਾ, ਉਹਨੂੰ ਮਹਾਰਾਜ ਨੇ ਕਿਹਾ ਵੀ ਦੁਰਗੰਧ, ਇਹ ਤੇਰੇ ਬੋਲਾਂ ਵਿੱਚ ਗੰਦਗੀ ਹੈ। ਕਿਉਂ ਹੈ? ਕਿਉਂਕਿ ਤੇਰੀ ਸੁਰਤ ਲਿਬੜੀ ਪਈ ਹੈ। ਅਸੀਂ ਕਿਸੇ ਗੰਦਗੀ ਦੇ ਢੇਰ ਦੇ ਕੋਲੋਂ ਦੀ ਲੰਘ ਕੇ ਆਈਏ ਨਾ,
ਤੇ ਜੇ ਥੋੜਾ ਸਮਾਂ ਵੱਧ ਉੱਥੇ ਲੰਘਣ ਵਿੱਚ ਲੰਘ ਜਾਏ ਤੇ ਫਿਰ ਤੁਹਾਡੇ ਆਪਣੇ ਸਰੀਰ ਤੇ ਕੱਪੜਿਆਂ 'ਚੋਂ ਵੀ ਬਦਬੂ ਆਉਣ ਲੱਗ ਜਾਏਗੀ। ਜਦੋਂ ਤੁਸੀਂ ਕਿਸੇ ਕੋਲ ਜਾਓਗੇ ਉਹਨਾਂ ਆਖਣਾ ਕਿੱਥੋਂ ਆਇਆ, ਤੇਰੇ ਵਿੱਚੋਂ ਤਾਂ ਸਮੈਲ ਬੜੀ ਆ ਰਹੀ ਹੈ, ਕਿੱਥੋਂ ਆਇਆ, ਤੇਰੇ ਤਾਂ ਬਦਬੂ ਆ ਰਹੀ ਹੈ। ਤੇ ਬੰਦਾ ਕਹਿੰਦਾ ਵੀ ਮੇਰੇ 'ਚੋਂ ਬਦਬੂ। ਫਿਰ ਜਦੋਂ ਸਰਚ ਕੀਤਾ, ਪਤਾ ਕੀਤਾ ਵੀ ਮੈਂ ਤਾਂ ਗੰਦਗੀ ਦੇ ਢੇਰ ਵਿੱਚੋਂ ਲੰਘ ਕੇ ਆਇਆ, ਉਹਦੇ ਵਿੱਚੋਂ ਲੰਘ ਕੇ ਆਇਆ ਤਾਂ ਇਹ ਬਦਬੂ ਆ ਰਹੀ ਹੈ। ਤੇ ਜਦੋਂ ਸਾਡੀ ਸੁਰਤ ਡੇਗੀ ਗਈ ਹੈ ਗੰਦੇ ਟੋਏ ਦੇ ਵਿੱਚ, ਇੱਕ ਤੇ ਹੁੰਦਾ ਨਾ ਲੰਘ ਕੇ ਆਉਣਾ, ਇੱਕ ਤਾਂ ਡਿੱਗੀ ਹੋਈ ਪਈ ਹੈ, ਲਿਬੜੀ ਪਈ ਹੈ। ਤੇ ਫਿਰ ਅੰਦਰੋਂ ਜਿਹੜੇ ਬੋਲ ਨਿਕਲਣਗੇ ਉਹ ਸਾਡੇ ਗੰਦਲੇ ਹੀ ਨਿਕਲਣਗੇ। ਜੇ ਸੁਰਤ ਸਾਡੀ ਗੰਦੀ ਹੋ ਗਈ ਹੈ ਤਾਂ ਫਿਰ ਅੰਦਰ ਖਿਆਲ ਵੀ ਗੰਦੇ ਹੀ ਆਉਣਗੇ। ਅੰਦਰ ਜਿੰਨੇ ਵੀ ਖਿਆਲ ਉਤਪੰਨ ਹੋਣੇ ਨੇ ਉਹ ਗੰਦਲੇ ਹੀ ਹੋਣੇ ਨੇ, ਚੰਗੇ ਨਹੀਂ ਹੋਣੇ। ਅੰਦਰ ਖਿਆਲ ਚੰਗੇ ਉਤਪੰਨ ਨਹੀਂ ਹੋਣੇ, ਕਿਉਂਕਿ ਸੁਰਤ ਅੰਦਰ ਗੰਦੀ ਹੋ ਗਈ ਤੇ ਸੁਰਤ ਵਿੱਚੋਂ ਹੀ ਤਾਂ ਖਿਆਲ ਪੈਦਾ ਹੋਣੇ ਆ। ਜਿੱਧਰ ਸੁਰਤ ਜਾਏਗੀ ਖਿਆਲ ਵੀ ਉਧਰ ਹੀ ਆਏਗਾ, ਪਿਕਚਰ ਵੀ ਉਹਦੀ ਹੀ ਦਿਮਾਗ ਵਿੱਚ ਬਣੇਗੀ, ਸੀਨ ਵੀ ਉਹੀ ਦਿਮਾਗ ਵਿੱਚ ਚੱਲੇਗਾ ਜਿੱਧਰ ਸੁਰਤ ਹੈ। ਤੇ ਜੇ ਸੁਰਤ ਗੰਦੇ ਟੋਏ ਵਿੱਚ ਡਿੱਗੀ ਆ ਤੇ ਫਿਰ ਸੀਨ ਕਿਹੜਾ ਅੰਦਰ ਚੱਲੇਗਾ ਦਿਮਾਗ 'ਚ, ਫਿਰ ਪਿਕਚਰ ਕਿਹੜੀ ਚੱਲੇਗੀ ਅੰਦਰ, ਫਿਰ ਧਿਆਨ ਕਿਹੜੇ ਪਾਸੇ ਜਾਏਗਾ। ਬਹੁਤ ਨੇ ਐਸੇ ਜਿਹੜੇ ਸਵਾਲ ਕਰਕੇ ਕਹਿੰਦੇ ਆ ਕਿ ਅਸੀਂ ਪਾਠ ਕਰਦੇ ਹਾਂ, ਕੀ ਕਰੀਏ, ਸਾਡੇ ਦਿਮਾਗ 'ਚੋਂ ਗੰਦਗੀ ਜਾਂਦੀ ਨਹੀਂ, ਅਸੀਂ ਬੜੇ ਪਰੇਸ਼ਾਨ ਹੋ ਗਏ ਹਾਂ, ਪਾਠ ਕਰਦੇ ਹਾਂ ਅੰਦਰ ਸੀਨ ਗੰਦਲੇ ਚੱਲ ਰਹੇ ਨੇ। ਕਈ ਐਸੇ ਵੀ ਮਿਲੇ ਆ ਜਿਨ੍ਹਾਂ ਨੇ ਇਹ ਕਿਹਾ ਕਿ ਸਾਨੂੰ ਦੱਸੋ ਕੀ ਕਰੀਏ, ਅਸੀਂ ਪਾਠ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੰਦਰ ਦਿਮਾਗ ਦੇ ਵਿੱਚ ਗਲਤ ਫੁਰਨੇ ਚੱਲ ਰਹੇ ਨੇ, ਗਲਤ ਖਿਆਲ ਆ ਰਹੇ ਨੇ, ਗਲਤ ਸੀਨ ਜਿਹੜੇ ਆ ਉਹ ਦਿਮਾਗ ਵਿੱਚ ਚੱਲ ਰਹੇ ਆ। ਇਹਦਾ ਮਤਲਬ ਸੁਰਤ ਜਿਹੜੀ ਸੀ ਉਹ ਸੁਰਤ ਫਿਰ ਕੀ ਹੋਇਆ, ਜਿਹਨੂੰ ਸਾਹਿਬ ਕਹਿੰਦੇ ਗੰਦੇ ਡੁੰਮ ਪਈ ਆਸ। ਹੁਣ ਇਸ ਸੁਰਤ ਨੂੰ ਕੱਢਣਾ ਪੈਣਾ, ਸੁਰਤ ਨੂੰ ਚੁੱਕਣਾ ਪੈਣਾ। ਜਿੰਨਾ ਚਿਰ ਅਸੀਂ ਸੁਰਤ ਨਹੀਂ ਉੱਤੇ ਨੂੰ ਚੁੱਕਾਂਗੇ ਉਨਾ ਚਿਰ ਗੰਦਗੀ ਤੋਂ ਰਾਹਤ ਨਹੀਂ ਮਿਲਣੀ। ਹੁਣ ਉਹ ਸੁਰਤ ਬਾਰ-ਬਾਰ ਸਾਨੂੰ ਨਾਮ ਸਿਮਰਨਾ ਪੈਣਾ ਜਾਂ ਆਪਣਾ ਨਿਤਨੇਮ ਵਧਾਉਣਾ ਪੈਣਾ। ਸਾਨੂੰ ਨਾਮ ਦਾ ਅਭਿਆਸ ਆਪਣਾ ਤੇਜ ਵਧਾਉਣਾ, ਪਹਿਰਾ ਜਿਹੜਾ ਉਹ ਤੁਹਾਨੂੰ ਸਖਤ ਪਹਿਰਾ ਦੇਣਾ ਪੈਣਾ। ਜੇ ਅਸੀਂ ਪਹਿਰਾ ਆਪਣਾ ਨਿਤਨੇਮ ਦਾ ਨਾਮ ਸਿਮਰਨ ਦਾ ਵਧਾਵਾਂਗੇ ਤਿਵੇਂ ਤਿਵੇਂ ਸੁਰਤ ਉੱਠੇਗੀ ਤੇ ਜਦੋਂ ਇਹ ਗੰਦਲੇ ਟੋਏ ਚੋਂ ਨਿਕਲੇਗੀ ਤਾਂ ਜਾ ਕੇ ਅੰਦਰ ਦੇ ਗੰਦੇ ਫੁਰਨਿਆਂ ਤੋਂ ਛੁਟਕਾਰਾ ਮਿਲਣਾ, ਤਾਂ ਜਾ ਕੇ ਰਾਹਤ ਮਿਲਣੀ ਹੈ। ਇਸ ਲਈ ਮਹਾਰਾਜ ਜੀ ਨੇ ਆਖਿਆ, ਕਹਿੰਦੇ ਜਿਹੜੇ ਮੁੱਢੋਂ ਹੀ ਪਰਮੇਸ਼ਵਰ ਨੂੰ ਭੁੱਲ ਚੁੱਕੇ ਆ ਉਹਨਾਂ ਦੀ ਹਾਲਤ ਫਿਰ ਜਨਮ ਮੁਈ ਆਸ ਵਾਲੀ ਹੈ। ਉਹਨਾਂ ਦੀ ਹਾਲਤ ਉਸ ਹਿਰਨੀ ਦੀ ਤਰ੍ਹਾਂ ਹੈ, ਕਸਤੂਰੀ ਕੈ ਭੁੱਲੜੈ ਗੰਦੇ ਡੁੰਮ ਪਈ ਆਸ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਰੂਪ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਸੀ ਕਿ ਮਨ ਤੂੰ ਇੱਕ ਕੰਮ ਕਰਿਆ ਕਰ, ਕਿਉਂਕਿ ਜਿੰਨਾ ਮਨ ਜੁੜੇਗਾ ਉਨੀ ਸੁਰਤ ਜਿਹੜੀ ਹੈ ਉੱਚੀ ਉੱਠੇਗੀ, ਉਨੀ ਸੁਰਤ ਉੱਪਰ ਹੋਏਗੀ। ਜਿੰਨੀ ਸੁਰਤ ਸਾਡੀ ਉੱਤੇ ਜਾਏਗੀ 3 ਗੁਣਾ ਤੋਂ ਉੱਪਰ ਉੱਠ ਕੇ, ਉਨੀ ਪਵਿੱਤਰਤਾ, ਉਨੀ ਸ਼ੁੱਧਤਾ ਸਾਡੇ ਅੰਦਰ ਆਏਗੀ, ਉਨੇ ਅਸੀਂ ਪੁਨੀਤ ਹੁੰਦੇ ਜਾਵਾਂਗੇ। ਹੁਣ ਸੁਰਤ ਤਾਂ ਸਾਡੀ ਜਿਹੜੀ ਆ ਉਹ ਲੱਗੀ ਕਿਤੇ ਹੋਈ ਆ, ਅਸੀਂ ਜੁੜੇ ਕਿਤੇ ਹੋਏ ਆ। ਜਿੰਨਾ ਚਿਰ ਸੁਰਤ ਨਹੀਂ ਲੱਗੇ ਨਹੀਂ ਉਨਾ ਚਿਰ ਗੱਲ ਨਹੀਂ ਬਣਨੀ। ਸੁਰਤ ਦਾ ਅਰਥ ਹੈ ਸੁਰਤੀ ਆਉਣੀ, ਬੰਦੇ ਨੂੰ ਹੋਸ਼ ਆਉਣੀ। ਇਸ ਲਈ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਪੌੜੀ ਵਿੱਚ, ਜਾਂ ਕਿਉਂਕਿ ਪਹਿਲਾਂ ਹੀ ਆਰੰਭ ਵਿੱਚ ਬੇਨਤੀ ਕੀਤੀ ਵੀ ਇਸ ਵਾਰ ਦੇ ਵਿੱਚ ਮੂਲ ਵਿਚਾਰ ਪੌੜੀ ਹੋਈ ਹੈ, ਪਰ ਉਹਨੂੰ ਸਮਝਣ ਲਈ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਜਿਹੜੇ ਸ਼ਲੋਕ ਨਾਲ ਨੇ ਉਹ ਇਸ ਵਾਸਤੇ ਨੇ ਕਿ ਸਾਡੀ ਹਾਲਤ ਕੀ ਹੋਈ ਪਈ ਹੈ, ਕਿਉਂ ਗੁਰੂ ਰਾਮਦਾਸ ਜੀ ਇਹ ਗੱਲ ਕਹਿ ਰਹੇ ਨੇ। ਹੁਣ ਜਿਹੜੀ ਗੱਲ ਕਿਸੇ ਨੂੰ ਕਹੀਏ ਵੀ ਤੂੰ ਨਾਮ ਜਪਿਆ ਕਰ, ਹੁਣ ਨਾਲ ਦਾ ਕਵੇ ਵੀ ਤੂੰ ਇਹਨੂੰ ਕਿਉਂ ਕਹਿ ਰਿਹਾ ਵੀ ਨਾਮ ਜਪਿਆ ਕਰ, ਇਹਦਾ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਖਾਮੀ ਹੈ, ਕਮੀ ਹੈ।
ਤਾਂ ਹੀ ਤੇ ਉਹਨੂੰ ਕਿਹਾ ਜਾ ਰਿਹਾ ਵੀ ਤੂੰ ਨਾਮ ਜਪਿਆ ਕਰ। ਉਹ ਕੀ ਖਾਮੀ ਹੈ? ਕਹਿਣ ਲੱਗੇ ਤੂੰ ਸਾਈਂ ਨੂੰ ਨਹੀਂ ਚੇਤੇ ਕਰਦਾ, ਤੇਰੇ ਅੰਦਰ ਉਹਨੂੰ ਮਿਲਣ ਦੀ ਤੜਪ ਨਹੀਂ ਹੈ, ਤੇਰੇ ਅੰਦਰ ਬਿਰਹਾ ਨਹੀਂ ਹੈ, ਜਾਂ ਫਿਰ ਤੂੰ ਮੁੱਢੋਂ ਹੀ ਉਹਨੂੰ ਭੁੱਲਿਆ ਹੋਇਆ। ਉਸ ਕਸਤੂਰੀ ਦੀ ਖੁਸ਼ਬੂ ਜਿਹੜੀ ਆ ਉਹ ਬਾਹਰੋਂ ਸਾਈਂ ਲੱਭਦਾ ਲੱਭਦਾ ਤੂੰ ਜਾ ਕੇ ਇੱਕ ਗੰਦਲੇ ਟੋਏ ਵਿੱਚ ਡਿੱਗ ਪਿਆ। ਬਹੁਤ ਐਸੇ ਰੱਬ ਬਣ ਕੇ ਬੈਠੇ ਹੋਏ ਸਨ, ਕੋਈ ਸ਼ੱਕ ਨਹੀਂ ਹੈ। ਅੱਜ ਤਾਂ ਛੋਟਾ ਛੋਟਾ ਬੱਚਾ ਵੀ ਜਾਣਦਾ ਹੈ ਕਿ ਜਿਹੜੇ ਜਿਹੜੇ ਰੱਬ ਦੇ ਨਾਂ ਦੀਆਂ ਗੱਦੀਆਂ ਲਾ ਕੇ ਬੈਠੇ ਸਨ ਉਹ ਕੀ ਨਿਕਲੇ? ਇੱਕ ਗੰਦੇ ਟੋਏ ਨਿਕਲੇ, ਹੋਰ ਕੁਛ ਨਹੀਂ ਨਿਕਲਿਆ। ਇਹ ਸੱਚ ਹੈ। ਉਹਨਾਂ ਦੇ ਉਸ ਖੂਹ ਵਿੱਚੋਂ ਕਹਿ ਲਓ, ਉਸ ਟੋਏ ਵਿੱਚੋਂ ਕਹਿ ਲਓ, ਗੰਦਗੀ ਹੋਈ ਨਿਕਲੀ ਆ, ਹੋਰ ਕੁਛ ਵੀ ਨਹੀਂ ਨਿਕਲਿਆ। ਇਸ ਲਈ ਗੁਰੂ ਸਾਹਿਬ ਕਿਰਪਾ ਕਰਨ। ਗੁਰੂ ਰਾਮਦਾਸ ਮਹਾਰਾਜ ਜੀ ਫਿਰ ਜੋ ਸਮਝਾਉਣਾ ਚਾਹੁੰਦੇ ਨੇ ਉਹ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਧਿਆਉਣ ਦੀ ਗੱਲ ਕੀਤੀ, ਫਿਰ ਦੂਸਰੀ ਪੰਕਤੀ ਵਿੱਚ ਮਹਾਰਾਜ ਨੇ ਜਪਣ ਦੀ ਗੱਲ ਕੀਤੀ ਹੈ। ਆਪ ਜੀ ਗੁਰਬਾਣੀ ਦੀ ਸਮਝ ਰੱਖਣ ਵਾਲੇ ਹੋ, ਗੁਰਬਾਣੀ ਦਾ ਅਭਿਆਸ ਕਰਨ ਵਾਲੇ ਹੋ। ਧਿਆਉਣਾ ਵੀ ਆਇਆ, ਜਪਣਾ ਵੀ ਆਇਆ ਤੇ ਆਰਾਧਨਾ ਵੀ ਆਇਆ। ਜਦੋਂ ਵੀ ਹੁਣ ਅਸੀਂ ਡਿਗਰੀ ਲੈਣੀ ਹੋਵੇ ਤੇ ਇਹ ਤੇ ਨਹੀਂ ਵੀ ਜਾਂਦਿਆਂ ਮਿਲ ਜਾਏਗੀ। ਜਿਹੜਾ ਆਰਾਧਨਾ ਹੈ ਦਿਨ ਰਾਤੀ ਵਾਲਾ, ਉਹ ਇੱਕ ਡਿਗਰੀ ਹੈ। ਉਹਨੂੰ ਲੈਣ ਵਾਸਤੇ ਪਹਿਲਾਂ ਸਾਨੂੰ ਪਹਿਲੀਆਂ ਕਲਾਸਾਂ ਵਿੱਚੋਂ ਲੰਘਣਾ ਪੈਣਾ ਹੈ। ਪਹਿਲਾਂ ਸਾਨੂੰ ਨਰਸਰੀ ਵਿੱਚ ਆਉਣਾ ਪਏਗਾ, ਫਿਰ ਸਾਨੂੰ ਸਕੂਲ ਵਿੱਚ ਆਉਣਾ ਪਏਗਾ, ਫਿਰ ਕਾਲਜ ਵਿੱਚ ਆਵਾਂਗੇ, ਫਿਰ ਜਾ ਕੇ ਡਿਗਰੀ ਹੈ। ਜਿਵੇਂ ਹੁਣ ਅਸੀਂ ਵਿਸਾਖੀ ਦਾ ਪੁਰਬ ਆ ਰਿਹਾ ਹੈ, ਖਾਲਸਾ ਪੰਥ ਦਾ ਸਿਰਜਣਾ ਦਿਵਸ ਆ ਰਿਹਾ, ਪ੍ਰਗਟ ਦਿਵਸ ਆ ਰਿਹਾ। ਅਸੀਂ ਖਾਲਸੇ ਦਾ ਵੀ ਜਨਮ ਦਿਹਾੜਾ ਹੀ ਕਹਿੰਦੇ ਆ ਵੀ ਜਨਮ ਦਿਹਾੜਾ ਆ ਰਿਹਾ। ਜਨਮ ਨਹੀਂ ਹੋਇਆ। ਜੇ ਜਨਮ ਹੋਇਆ ਹੁੰਦਾ ਤੇ ਹੁਣ ਨੂੰ ਕਦੋਂ ਦੀ ਕਹਾਣੀ ਮੁੱਕ ਜਾਂਦੀ। ਉਹ ਜਨਮ ਨਹੀਂ ਹੈ। ਜਿਹਦਾ ਜਨਮ ਹੈ ਉਹਦੀ ਮੌਤ ਵੀ ਹੈ, ਜਿਹਦਾ ਆਦ ਹੈ ਉਹਦਾ ਅੰਤ ਵੀ ਹੈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਾਰ-ਬਾਰ ਬੇਨਤੀ ਕਰਨੀ ਪੈਂਦੀ ਹੈ, ਕਿਉਂਕਿ ਕਦੇ ਕਤਾਈ ਐਸੀ ਵਿਚਾਰ ਆ ਜਾਂਦੀ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਧ ਕਹਿੰਦੇ ਹੋ ਤੇ ਫਿਰ ਅੰਤ ਵੀ ਕਿਹਾ ਕਰੋ। ਅੰਤ ਅਸੀਂ ਕਹਿ ਨਹੀਂ ਸਕਦੇ ਤੇ ਮੱਧ ਦੀ ਅਰਦਾਸ ਪਿੱਛੇ ਅਸੀਂ ਲੜ ਪੈਂਦੇ ਹਾਂ। ਉਹ ਅਰਦਾਸ ਪਿੱਛੇ ਅਸੀਂ ਝਗੜ ਪੈਂਦੇ ਹਾਂ ਕਿ ਤੁਸੀਂ ਆ ਮੱਧ ਕਿਉਂ ਨਹੀਂ ਕਿਹਾ ਤੇ ਆਦ ਪੂਰਨ ਮੱਧ ਪੂਰਨ ਕਿਉਂ ਨਹੀਂ ਆਇਆ। ਉਹਦੇ ਪਿੱਛੇ ਸਾਡਾ ਝਗੜਾ ਹੋ ਜਾਂਦਾ ਹੈ। ਤੇ ਫਿਰ ਜੇ ਅਸੀਂ ਕਹੀਏ ਵੀ ਅੱਜ ਗੁਰੂ ਤੇਗ ਬਹਾਦਰ, ਹਾਲਾਂਕਿ ਸ਼ਬਦ ਨਹੀਂ ਵਰਤਣੇ ਚਾਹੀਦੇ, ਇਹ ਸ਼ਬਦ ਜ਼ੁਬਾਨ ਤੇ ਨਹੀਂ ਲਿਆਉਣੇ ਚਾਹੀਦੇ, ਪਰ ਜਦੋਂ ਕੋਈ ਝਗੜਦਾ ਇਸ ਮੁੱਦੇ ਤੇ ਨਜ਼ਰ ਆਉਂਦਾ ਫਿਰ ਸਮਝਾਉਣ ਲਈ ਕਹਿਣਾ ਵੀ ਪੈਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਲੋਕ ਆਪਾਂ ਪੜ੍ਹ ਲਏ, ਜਦੋਂ ਰਾਗਮਾਲਾ ਅਸੀਂ ਪੜ੍ਹ ਕੇ ਸੰਪੂਰਨ ਕਰ ਲਿਆ, ਫਿਰ ਉਸ ਦਿਨ ਕੀ ਕਹੋਗੇ? ਉਸ ਦਿਨ ਫਿਰ ਸ਼ਬਦ ਕਿਹੜਾ ਵਰਤੋਗੇ? ਜੇ ਤੁਸੀਂ ਅਖੰਡ ਪਾਠ ਸਾਹਿਬ ਚੱਲ ਰਿਹਾ, ਦੂਜੇ ਦਿਨ ਸ਼ਬਦ ਮੱਧ ਵਰਤ ਰਹੇ ਹੋ ਤੇ ਫਿਰ ਤੀਸਰੇ ਦਿਨ ਜਦੋਂ ਭੋਗ ਪੈਣਾ ਉਦੋਂ ਕੀ ਕਹੋਗੇ? ਉਹ ਸ਼ਬਦ ਨਹੀਂ ਬੋਲੇ ਜਾਣੇ। ਇਸ ਲਈ ਸਾਨੂੰ ਸਮਝਣੀਆਂ ਪੈਣੀਆਂ ਨੇ ਕੁਛ ਵਿਚਾਰਾਂ। ਜਿਹੜਾ ਧਿਆਉਣਾ ਹੈ ਇਹ ਸ਼ੁਰੂਆਤ ਹੈ, ਜਿਹੜਾ ਇਹ ਧਿਆਉਣਾ ਹੈ ਨਰਸਰੀ, ਔਰ ਜਿਹੜਾ ਜਪਣਾ ਹੈ ਸਕੂਲ, ਤੇ ਜਿਹੜੀ ਆਰਾਧਨਾ ਹੈ ਉਹ ਕਾਲਜ ਹੈ। ਗੱਲ ਖਾਲਸਾ ਪੰਥ ਦੇ ਸਿਰਜਣਾ ਦੀ, ਪ੍ਰਗਟ ਦਿਵਸ ਦੀ ਕਰਨ ਲੱਗਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਖੰਡੇ ਦੀ ਪੌਲ ਦੇ ਕੇ 5 ਕਕਾਰਾਂ ਦੀ ਵਰਦੀ ਪਹਿਨਾ ਦਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਕਿਉਂ ਨਹੀਂ ਪਹਿਨਾਈ? ਇਹ 10ਵੇਂ ਜਾਮੇ ਵਿੱਚ ਜਾ ਕੇ ਹੀ, ਇਹ 200-250 ਸਾਲ ਦਾ ਸਮਾਂ
ਜਿਹੜਾ ਲੰਘਿਆ ਹੈ ਇਸ ਫਿਰ ਗੁਰੂ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਜਿਹੜੀ ਆ ਉਹ ਖੰਡੇ ਦੀ ਪੌਲ ਦੇ ਕੇ ਤੇ ਫਿਰ ਸਾਨੂੰ ਇੱਕ ਵਰਦੀ ਪਹਿਨਾ ਕੇ ਖਾਲਸੇ ਦਾ ਰੂਪ ਦੇ ਦਿੱਤਾ। ਕਿਉਂ? ਕਿਉਂਕਿ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਬਾਣੀ ਦੀ ਪਹਿਲਾਂ ਬਾਣੀ ਹੈ, ਫਿਰ ਬਾਣਾ ਤੇ ਡਿਗਰੀ ਹੈ। ਜਦੋਂ ਕੋਈ ਡਿਗਰੀ ਲੈਂਦਾ ਤੇ ਬਕਾਇਦਾ ਉਹਦੇ ਵਰਦੀ ਪਹਿਨਾਈ ਜਾਂਦੀ ਹੈ ਨਾ, ਪਤਾ ਲੱਗੇ ਵੀ ਅੱਜ ਇਹਨੂੰ ਡਿਗਰੀ ਮਿਲਣੀ ਹੈ। ਜਦੋਂ ਕਿਸੇ ਨੂੰ ਡਿਗਰੀ ਮਿਲਦੀ ਹੈ ਉਹਨੂੰ ਬਕਾਇਦਾ ਇੱਕ ਵਰਦੀ ਪਹਿਨਾਈ ਜਾਂਦੀ ਹੈ। ਉਹ ਜਦੋਂ ਸਰਟੀਫਿਕੇਟ ਡਿਗਰੀ ਲੈਣ ਆਉਂਦਾ ਪਤਾ ਲੱਗਦਾ ਵੀ ਅੱਜ ਇਹਨੂੰ ਡਿਗਰੀ ਮਿਲੀ ਹੈ। ਆ ਜਿਹੜੇ 5 ਕਕਾਰਾਂ ਦੀ ਵਰਦੀ ਹੈ ਇਹ ਸਾਡੀ ਡਿਗਰੀ ਹੈ। ਮਹਾਰਾਜ ਕਹਿੰਦੇ ਇਹ ਤਾਂ ਮਿਲਣੀ ਹੈ ਜੇ ਤੂੰ ਬਾਣੀ ਦੀ ਕਮਾਈ ਕੀਤੀ ਹੋਏਗੀ, ਜੇ ਤੂੰ ਬਾਣੀ ਦਾ ਅਭਿਆਸ ਕੀਤਾ ਹੋਏਗਾ, ਜੇ ਤੂੰ ਆਹ ਸਕੂਲ ਵਿੱਚ ਦਾਖਲਾ ਲਿਆ ਹੋਏਗਾ। ਜੇ ਤੂੰ ਆਹ ਸਕੂਲ ਵਿੱਚ ਦਾਖਲਾ ਨਹੀਂ ਲਿਆ ਤੇ ਫਿਰ ਵਰਦੀ ਪਾਉਣੀ ਤੇਰੇ ਲਈ ਔਖੀ ਹੋ ਜਾਏਗੀ। ਕਿਉਂ ਭੱਜਦੇ ਹਾਂ ਅਸੀਂ 5 ਕਕਾਰਾਂ ਤੋਂ? ਕਿਉਂ ਸਾਨੂੰ ਅੱਜ ਖੰਡੇ ਦੀ ਪੌਲ ਦੀ ਗੱਲ ਕਰੀਏ ਜਾਂ ਅੰਮ੍ਰਿਤ ਸੰਚਾਰ ਹੋਣਾ ਤੇ ਕਿਉਂ ਅਸੀਂ ਭੱਜਦੇ ਹਾਂ? ਕਿਉਂ? ਕਿਉਂਕਿ ਅਸੀਂ ਇਹ ਵਰਦੀ ਪਹਿਨਣਾ ਨਹੀਂ ਚਾਹੁੰਦੇ ਹਾਂ। ਕਮਜ਼ੋਰ ਅੰਦਰੋਂ ਹੋ ਗਏ ਹਾਂ, ਬਾਣੀ ਨਹੀਂ ਅੰਦਰ, ਨਿਤਨੇਮ ਨਹੀਂ ਸਾਡਾ ਅੰਦਰ, ਤੇ ਬਾਣਾ ਵੀ ਕਮਜ਼ੋਰ ਹੋ ਗਿਆ। ਤਾਂ ਹੀ ਤੇ ਅੱਜ ਸਾਨੂੰ ਆਪਣੀ ਜਿਹੜੀ ਆ ਪਹਿਚਾਣ, ਆਪਣਾ ਪਹਿਚਾਣ ਪੱਤਰ ਦੇਣਾ ਪੈਂਦਾ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਤੈਨੂੰ ਪਛਾਣ ਪੱਤਰ ਦੇਣ ਦੀ ਲੋੜ ਨਹੀਂ, ਤੇਰਾ ਪਹਿਰਾਵਾ ਹੀ ਦੱਸ ਦੇਵੇ ਤੂੰ ਕੌਣ ਹੈ, ਤੇਰਾ ਜੀਵਨ ਹੀ ਦੱਸ ਦੇਵੇ ਤੂੰ ਕੌਣ ਹੈ। ਤੂੰ ਲੱਖਾਂ ਵਿੱਚ ਹਜ਼ਾਰਾਂ ਵਿੱਚ ਵੀ ਖਲੋਤਾ ਹੋਵੇਂ ਤਾਂ ਤੈਨੂੰ ਦੇਖ ਕੇ ਬੰਦਾ ਕਹਿ ਦੇਵੇ ਵੀ ਇਹ ਕੌਣ ਹੈ। ਅੱਜ ਅਸੀਂ ਚਾਰਾਂ 'ਚ ਵੀ ਖਲੋਤੇ ਹੋਈਏ ਤਾਂ ਵੀ ਪਛਾਣ ਪੱਤਰ ਦੇਣਾ ਪੈਂਦਾ ਹੈ। ਅੱਜ ਸਾਨੂੰ ਦੱਸਣਾ ਪੈਂਦਾ ਵੀ ਅਸੀਂ ਸ੍ਰੀ ਸਾਹਿਬ ਕਿਉਂ ਪਹਿਨੀ ਹੈ। ਅੱਜ ਸਾਨੂੰ ਦੱਸਣਾ ਪੈਂਦਾ ਵੀ ਅਸੀਂ ਹੱਥ ਵਿੱਚ ਕੜਾ ਕਿਉਂ ਪਹਿਨਿਆ ਹੋਇਆ ਹੈ। ਅੱਜ ਸਾਨੂੰ ਦੱਸਣਾ ਪੈਂਦਾ ਵੀ ਅਸੀਂ ਦਸਤਾਰ ਸੀਸ ਤੇ ਕਿਉਂ ਸਜਾਈ ਹੋਈ ਹੈ। ਇਹਦਾ ਕੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਿਹਾ ਸੀ ਹਜ਼ਾਰਾਂ ਲੱਖਾਂ ਵਿੱਚ ਵੀ ਤੂੰ ਇਕੱਲਾ ਖਲੋਤਾ ਹੋਵੇਂ ਨਾ ਤੇ ਸਾਰੇ ਦੀ ਨਜ਼ਰ ਕਹੇਗੀ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਹੈ। ਇਹ ਖਾਲਸਾ ਪੰਥ ਦੇ ਰੂਪ ਦੇ ਵਿੱਚ ਗੁਰੂ ਕਾ ਖਾਲਸਾ ਹੈ। ਤੇ ਅੱਜ ਅਸੀਂ ਦੱਸ ਰਹੇ ਹਾਂ ਤਾਂ ਵੀ ਲੋਕ ਨਹੀਂ ਮੰਨ ਰਹੇ। ਅੱਜ ਉਹਨਾਂ ਨੂੰ ਦੱਸਣਾ ਪੈਂਦਾ ਹੈ, ਸਮਝਾਉਣਾ, ਇੱਕ ਇੱਕ ਕਕਾਰ ਬਾਰੇ ਸਮਝਾਉਣਾ ਪੈ ਰਿਹਾ। ਕਿਉਂ? ਕਿਉਂਕਿ ਅਸੀਂ ਇਸ ਮਾਇਆਵੀ ਨਗਰੀ ਵਿੱਚ ਇੰਨੇ ਗੁੰਮ ਹੋ ਗਏ ਕਿ ਆਪਣਾ ਪਛਾਣ ਅਸੀਂ ਸੰਭਾਲ ਕੇ ਨਾ ਰੱਖ ਸਕੇ। ਅੱਜ ਫਿਰ ਦੱਸਣ ਦੀ ਲੋੜ ਪੈ ਰਹੀ ਹੈ। ਇਹ ਦੁਖਾਂਤ ਹੈ ਸਾਡਾ। ਵਾਹਿਗੁਰੂ ਕਿਰਪਾ ਕਰਨ ਅਸੀਂ ਆਪਣਾ ਪਛਾਣ ਪੱਤਰ ਕਾਇਮ ਰੱਖੀਏ ਤਾਂ ਕਿ ਸਾਨੂੰ ਦੱਸਣ ਦੀ ਨਹੀਂ, ਸਾਡੀ ਦਿੱਖ ਤੋਂ ਹੀ ਪਤਾ ਲੱਗ ਜਾਏ ਵੀ ਇਹ ਕੌਣ ਹੈ। ਐਸੀ ਸਾਡੀ ਪਛਾਣ ਹੋਣੀ ਚਾਹੀਦੀ ਹੈ। ਖੈਰ, ਗੁਰੂ ਜਿਹੜੀ ਗੱਲ ਕਰਨ ਲੱਗਾ ਸੀ ਵੀ ਧਿਆਉਣਾ ਸ਼ੁਰੂਆਤ ਹੈ, ਜਪਣਾ ਜਿਹੜਾ ਉਹ ਚੱਲਣਾ ਹੈ ਤੇ ਆਰਾਧਨਾ ਪਹੁੰਚਣਾ ਹੈ। ਇਸੇ ਲਈ ਮਹਾਰਾਜ ਨੇ ਪਹਿਲਾਂ ਧਿਆਉਣ ਦੀ ਗੱਲ ਪਹਿਲੀ ਪੰਕਤੀ ਵਿੱਚ ਕੀਤੀ ਹੈ। ਸਾਹਿਬ ਕਹਿੰਦੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਕਿਉਂਕਿ ਹਜੇ ਤੇ ਸ਼ੁਰੂ ਕਰਨਾ ਹੈ ਨਾ, ਹਜੇ ਤੇ ਸ਼ੁਰੂਆਤ ਹੈ। ਇਸ ਲਈ ਕਹਿੰਦੇ ਮਨ ਮੇਰੇ ਤੂੰ ਧਿਆਇਆ ਕਰ ਉਹਨੂੰ, ਭਾਵ ਸ਼ੁਰੂ ਕਰ ਉਹਨੂੰ ਧਿਆਉਣਾ। ਹੁਣ ਮਨ ਚੰਚਲ ਹੈ, ਮਨ ਕਹਿੰਦਾ ਵੀ ਕਿਹਨੂੰ ਧਿਆਉਣਾ, ਕਿਉਂਕਿ ਭੁਲੇਖੇ ਬੜੇ ਪਾ ਦਿੱਤੇ ਗਏ ਆ, ਸਾਈਂ ਦੇ ਭੁਲੇਖੇ ਬੜੇ ਪਾ ਦਿੱਤੇ ਗਏ ਆ। ਕਿਹਨੂੰ ਧਿਆਉਣਾ ਹੈ? ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ, ਜੋ ਜਿਸ ਦਾ ਹੁਕਮ ਸਾਰੀ ਦੁਨੀਆ ਉੱਤੇ ਚੱਲਦਾ ਹੈ, ਜਿਹਦੇ ਉੱਤੇ ਕਿਸੇ ਦਾ ਵੀ ਹੁਕਮ ਨਹੀਂ ਹੈ ਤੇ ਨਾ ਹੀ ਉਹਦੇ ਉੱਤੇ ਕੋਈ ਆਪਣਾ ਹੁਕਮ ਚਲਾ, ਜਿਹਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਪਰ ਜਿਹਦਾ ਜ਼ੋਰ ਸਾਰਿਆਂ ਤੇ ਚੱਲਦਾ ਹੈ। ਸਾਰਾ ਬ੍ਰਹਿਮੰਡ, ਪੂਰੀ ਦੀ ਪੂਰੀ ਦੁਨੀਆ ਜਿਹਦੇ ਹੁਕਮ ਵਿੱਚ ਹੁਕਮ ਹੈ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਏ। ਕਹਿੰਦੇ ਉਸ ਮੇਰੇ ਮਨ, ਇੱਕ ਗੁਰੂ ਰਾਮਦਾਸ ਜੀ ਆਪਣੇ ਨੂੰ ਨਹੀਂ ਕਹਿ ਰਹੇ, ਇਹ ਸਾਨੂੰ ਕਹਿ ਰਹੇ ਆ ਵੀ ਤੁਸੀਂ ਆਪਣੇ ਆਪਣੇ ਮਨ ਨੂੰ ਕਿਹਾ ਕਰੋ, ਆਪਣੇ ਆਪਣੇ ਮਨ ਨੂੰ ਆਵਾਜ਼ਾਂ ਦਿਓ ਵੀ ਮੇਰੇ ਮਨ ਤੂੰ ਐਸੇ ਹਰੀ ਦੇ ਨਾਮ ਨੂੰ ਧਿਆ
ਜਿਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ। ਧਿਆਉਣਾ ਸ਼ੁਰੂ ਕਰ, ਫਿਰ ਅੱਗੋਂ ਉਹਨੂੰ ਜਪ। ਜਿਵੇਂ ਸਾਨੂੰ ਨਿਤਨੇਮ ਦੀ ਬਾਣੀ ਵਿੱਚ ਮਹਾਰਾਜ ਨੇ ਜਪ ਤੇ ਜਾਪ ਦਿੱਤਾ ਹੈ। ਮਹਾਰਾਜ ਕਹਿੰਦੇ ਤੂੰ ਜਪ ਨਾਲ ਜੁੜ, ਜਾਪ ਆਪੇ ਹੀ ਚੱਲਣਾ ਸ਼ੁਰੂ ਹੋ ਜਾਣਾ ਹੈ। ਜਿੰਨਾ ਚਿਰ ਜਪ ਨਹੀਂ ਦੇ ਨਾਲ ਨਹੀਂ ਨਾ ਜੁੜੇਗਾ, ਜਾਪ ਨਾਲ ਜੁੜ, ਜਾਪ ਤੇਰੇ ਅੰਦਰ ਚੱਲ ਹੀ ਨਹੀਂ ਸਕਦਾ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ, ਅੱਜ ਬਹੁਤ ਐਸੇ ਨੇ ਜਿਹੜੇ ਕਹਿੰਦੇ ਜਾਪ ਸਾਹਿਬ ਦੀ ਬਾਣੀ ਔਖੀ ਲੱਗਦੀ ਹੈ, ਔਰ ਬਹੁਤ ਐਸੇ ਨੇ ਜਿਹੜੇ ਕਹਿੰਦੇ ਸਾਨੂੰ ਆਨੰਦ ਹੀ ਬੜਾ ਆਉਂਦਾ ਹੈ, ਸਾਨੂੰ ਰਸ ਹੀ ਬੜਾ ਆਉਂਦਾ ਹੈ, ਸਾਨੂੰ ਇੱਕ ਵੱਖਰਾ ਹੀ ਇੱਕ ਆਨੰਦ ਆਉਂਦਾ ਜਦੋਂ ਜਾਪ ਸਾਹਿਬ ਆਪਣੇ ਆਪ ਜਾਪ ਚੱਲਦਾ ਹੈ। ਉਹ ਕਿਹਨਾਂ ਦਾ ਚੱਲਦਾ ਹੈ? ਜਿਹਨੂੰ ਜਪਜੀ ਸਾਹਿਬ ਸਮਝ ਆ ਗਿਆ, ਜਿਹਨੂੰ ਜਪਜੀ ਸਾਹਿਬ ਜੀ ਵਿੱਚੋਂ ਰਸ ਆ ਗਿਆ, ਜਾਪ ਤੇ ਆਪੇ ਹੀ ਚੱਲੇਗਾ ਉਹਨਾਂ ਦਾ। ਜਿਹਨੂੰ ਜਪਜੀ ਸਾਹਿਬ ਚੋਂ ਰਸ ਨਹੀਂ ਆਇਆ, ਮਾਫ ਕਰਨਾ, ਜਾਪ ਕਿਵੇਂ ਚੱਲ ਸਕਦਾ ਹੈ? ਜਿਹਨੂੰ ਧਿਆਉਣਾ ਹੀ ਨਹੀਂ ਆਇਆ, ਉਹ ਜਪੇਗਾ ਕਿਵੇਂ? ਇਸ ਲਈ ਮਹਾਰਾਜ ਨੇ ਆਖਿਆ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ। ਇਹ ਮੇਰੇ ਮਨ, ਪਹਿਲਾਂ ਧਿਆ ਫਿਰ ਜਪ, ਤੇ ਜਦੋਂ ਜਪੇ ਫਿਰ ਇਹ ਸਮਝ ਲਈ ਕਿ ਕਿਹਨੂੰ ਜਪਣਾ? ਜੋ ਅੰਤੀ ਅਵਸਰ ਲਏ ਛਡਾਏ, ਜਿਹੜਾ ਅੰਤ ਦੇ ਸਮੇਂ, ਅੰਤਲੇ ਸਮੇਂ ਤੈਨੂੰ ਉਸ ਵਿਕਾਰਾਂ ਤੋਂ ਛੁਡਾ ਲਵੇ, ਆਵਾਗਮਨ ਤੋਂ ਛੁਡਾ ਲਵੇ, ਜਮ ਦੀ ਮਾਰ ਤੋਂ ਛੁਡਾ ਲਵੇ, ਜੰਮਣ ਮਰਨ ਤੋਂ ਛੁਡਾ ਲਵੇ, ਤੈਨੂੰ ਹਰ ਪ੍ਰਕਾਰ ਦੀ ਬੁਰੀਆਈ ਤੋਂ ਛੁਡਾ ਲਵੇ। ਕਹਿੰਦੇ ਅੰਤਲੇ ਸਮੇਂ ਜਿਹੜਾ ਤੈਨੂੰ ਛੁਡਾ ਲਵੇ ਜਮਾਂ ਦੀ ਮਾਰ ਤੋਂ, ਉਸ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡ ਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਆ ਵੀ ਅਸੀਂ ਆਪਣੇ ਮਨ ਨੂੰ ਕੀ ਕਹਿਣਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ। हे ਮੇਰੇ ਮਨ, ਤੂੰ ਐਸਾ ਹਰੀ ਦਾ ਨਾਮ ਜਪ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਜੋ ਮਨ ਦੇ ਵਿੱਚ ਤ੍ਰਿਸ਼ਨਾ ਹੈ, ਜੋ ਇਹ ਤ੍ਰਿਸ਼ਨਾ ਵੱਧਦੀ ਜਾ ਰਹੀ ਹੈ ਬੰਦੇ ਦੀ, ਤੇ ਜੋ ਮਨ ਦੇ ਵਿੱਚ ਭੁੱਖਾਂ ਨੇ, ਮਾਇਆਵੀ ਪਦਾਰਥਾਂ ਦੀਆਂ ਜਿੰਨੀਆਂ ਵੀ ਭੁੱਖਾਂ ਮਨ ਦੇ ਵਿੱਚ ਨੇ, ਕਹਿੰਦੇ ਨੇ ਉਹ ਸਾਰੀਆਂ ਦੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਹੁਣ ਦੇਖੋ ਅੱਖਾਂ ਕਿਉਂ ਨਹੀਂ ਰੱਜ ਰਹੀਆਂ? ਕਿਉਂਕਿ ਇਹ ਭੁੱਖ ਮਨ ਦੀ ਹੈ। ਅੱਖਾਂ ਦੀ ਰੋਸ਼ਨੀ, ਅੱਖੀਂ ਵੇਖ ਨਾ ਰੱਜੀਆਂ। ਅੱਖਾਂ ਕਿਉਂ ਨਹੀਂ ਰੱਜ ਰਹੀਆਂ? ਅੱਖਾਂ ਦੀ ਰੋਸ਼ਨੀ ਤਾਂ ਘਟ ਗਈ, ਮੱਧਮ ਪੈ ਗਈ ਅੱਖਾਂ ਦੀ ਰੋਸ਼ਨੀ, ਦਿਸਣਾ ਘਟ ਗਿਆ, ਪਰ ਅੱਖਾਂ ਫਿਰ ਵੀ ਅੰਦਰ ਚਾਹੁੰਦੀਆਂ ਨੇ ਵੀ ਮੈਂ ਆਹ ਰੂਪ ਰੰਗ ਦੁਨੀਆ ਦੇ ਵੇਖਾਂ। ਇਹ ਤ੍ਰਿਸ਼ਨਾ, ਇਹ ਭੁੱਖ ਕਿਹਦੇ ਅੰਦਰ ਹੈ? ਇਹ ਮਨ ਦੇ ਅੰਦਰ ਹੈ। ਜਿਨ੍ਹਾਂ ਦੇ ਮਨ ਅੰਦਰ ਤ੍ਰਿਸ਼ਨਾ ਤੇ ਭੁੱਖ ਮਿਟ ਗਈ ਹੈ ਨਾ, ਉਹਨਾਂ ਦੀਆਂ ਅੱਖਾਂ ਰੱਜ ਗਈਆਂ। ਉਹ ਕਹਿੰਦੇ ਅਸੀਂ ਆਹ ਰੰਗ ਤਮਾਸ਼ੇ ਵੇਖ ਵੇਖ ਕੇ ਥੱਕ ਚੁੱਕੇ ਹਾਂ, ਹੁਣ ਆਹ ਰੰਗ ਤਮਾਸ਼ਿਆਂ ਵਿੱਚੋਂ ਕੁਛ ਨਹੀਂ ਮਿਲਣਾ। ਪਰ ਇੱਕ ਉਹ ਨੇ ਜਿਨ੍ਹਾਂ ਦੇ ਅੱਖਾਂ ਦੀ ਜਿਹੜੀ ਰੋਸ਼ਨੀ ਮੱਧਮ ਪੈ ਗਈ ਹੈ, ਉਹ ਕਹਿੰਦੇ ਨਹੀਂ, ਹਜੇ ਵੀ ਅਸੀਂ ਦੁਨੀਆ ਦੇ ਰੂਪ ਰੰਗ ਦੇਖਣਾ ਚਾਹੁੰਦੇ ਹਾਂ, ਹਜੇ ਵੀ ਅਸੀਂ ਰੰਗ ਰਲੀਆਂ ਮੰਨਣਾ ਚਾਹੁੰਦੇ ਹਾਂ। ਕੰਨ ਵੀ ਹਜੇ ਗੰਦਗੀ ਦੇ, ਬੁਰਿਆਈ ਦੇ ਬੋਲ ਸੁਣਨਾ ਚਾਹੁੰਦੇ, ਰੱਜਦੇ ਨਹੀਂ ਪਏ, ਕਿਉਂਕਿ ਮਨ ਅੰਦਰ ਤ੍ਰਿਸ਼ਨਾ ਤੇ ਮਨ ਅੰਦਰ ਭੁੱਖ ਹੈ। ਜਦੋਂ ਅਸੀਂ ਨਾਮ ਦਾ ਆਸਰਾ ਲੈ ਲਵਾਂਗੇ, ਸਾਚਾ ਨਾਮ ਆਧਾਰ ਬਣ ਜਾਏਗਾ, ਉਦੋਂ ਮਨ ਦੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਇਹਦੀ ਤ੍ਰਿਸ਼ਨਾ, ਇਹਦੀ ਪਿਆਸ ਬੁੱਝ ਜਾਏਗੀ। ਇਹ ਪਿਆਸ ਜਿਹੜੀ ਹੈ ਇਹ ਬੁੱਝ ਹੀ ਨਹੀਂ ਰਹੀ, ਤੇ ਇਹਦੀ ਪਿਆਸ ਵੱਧਦੀ ਜਾ ਰਹੀ ਹੈ ਮਨ ਦੀ। ਇਸ ਲਈ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਅੰਦਰ ਦੀ ਤ੍ਰਿਸ਼ਨਾ ਰੂਪੀ ਪਿਆਸ ਬੁਝਾਉਣਾ ਚਾਹੁੰਦਾ ਹੈ, ਤੇ ਇਹ ਭੁੱਖ ਨੂੰ ਮਿਟਾਉਣਾ ਚਾਹੁੰਦਾ ਹੈ, ਤੇ ਮਨ ਉਹਦਾ ਇੱਕੋ ਹੀ ਹੱਲ ਹੈ, ਐਸੇ ਨਾਮ ਨੂੰ ਜਪਿਆ ਕਰ। ਹੋਰ ਕੋਈ ਦੂਸਰਾ ਹੱਲ ਤਰੀਕਾ ਨਹੀਂ। ਆਪਣੇ ਅੰਦਰ ਦੀ ਹੁਣ ਪਿਆਸ ਲੱਗੀ ਹੋਵੇ ਤੇ ਪਾਣੀ ਨਾਲ ਹੀ ਬੁਝਣੀ ਹੈ।
ਤੁਹਾਡੇ ਅੱਗੇ ਥਾਲੀ ਭਰ ਕੇ ਕੋਈ ਭੋਜਨ ਰੱਖ ਦੇਵੇ ਵਧੀਆ ਤੋਂ ਵਧੀਆ ਪ੍ਰਕਾਰ ਦਾ ਬਣਾ ਕੇ, ਤੇ ਤੁਸੀਂ ਕਹੋ ਵੀ ਮੈਨੂੰ ਭੁੱਖ ਨਹੀਂ, ਮੈਨੂੰ ਪਿਆਸ ਲੱਗੀ ਹੈ, ਤੇ ਭੋਜਨ ਖਾਣ ਦੇ ਨਾਲ ਮੇਰੀ ਪਿਆਸ ਨਹੀਂ ਬੁੱਝਣੀ। ਹੁਣ ਤੁਹਾਨੂੰ ਲੱਗੀ ਹੋਵੇ ਭੁੱਖ ਤੇ ਤੁਹਾਡੇ ਅੱਗੇ ਰੱਖ ਦੇ ਸ਼ਰਬਤ, ਤੇ ਤੁਸੀਂ ਆਖੋ ਵੀ ਮੈਂ ਸ਼ਰਬਤ ਕੀ ਕਰਨਾ ਹੈ, ਲੱਗੀ ਤਾਂ ਭੁੱਖ ਹੋਈ ਹੈ। ਇਸ ਲਈ ਪਿਆਸ ਤ੍ਰਿਸ਼ਨਾ ਦੀ ਤਾਂ ਬੁੱਝਣੀ ਹੈ ਜੇ ਨਾਮ ਦਾ ਰਸ ਅੰਦਰ ਜਾਏਗਾ, ਤਾਂ ਅੰਦਰ ਭੁੱਖਾਂ ਸਾਰੀਆਂ ਮਿਟਣੀਆਂ ਨੇ, ਜੇ ਅੰਦਰ ਨਾਮ ਦਾ ਪਦਾਰਥ ਜਾਏਗਾ, ਭੋਜਨ ਜਾਏਗਾ। ਇਸ ਲਈ ਆਖਿਆ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਇਹ ਮੇਰੇ ਮਨ ਤੂੰ ਐਸਾ ਨਾਮ ਜਪ ਜਿਹਦੇ ਜਪਣ ਨਾਲ ਤੇਰੀ ਤ੍ਰਿਸ਼ਨਾ ਅੰਦਰੋਂ ਮੁੱਕ ਜਾਏ, ਤੇਰੇ ਅੰਦਰ ਦੀਆਂ ਸਾਰੀਆਂ ਭੁੱਖਾਂ ਅੰਦਰੋਂ ਮਿਟ ਜਾਣ, ਤੂੰ ਸਬਰ ਤੇ ਸੰਤੋਖ ਵਿੱਚ ਆ ਜਾਏ। ਜਿੰਨੀ ਭੁੱਖ ਵਧੇਗੀ ਉਨਾ ਲੋਭ ਲਾਲਚ ਵਧੇਗਾ, ਜਿੰਨਾ ਲੋਭ ਲਾਲਚ ਵਧੇਗਾ ਉਨੇ ਅੰਦਰ ਫਿਰ ਬੁਰਾਈਆਂ ਜਨਮ ਲੈਣਗੀਆਂ, ਫਿਰ ਉਨਾ ਹੀ ਮਨ ਸ਼ਰਾਰਤੀ ਹੋ ਕੇ ਮਾੜੀਆਂ ਹਰਕਤਾਂ ਕਰੇਗਾ। ਤੇ ਜਿੰਨਾ ਅੰਦਰ ਭੁੱਖ ਮਿਟੇਗੀ ਇਹ ਸਬਰ ਤੇ ਸੰਤੋਖ ਵਿੱਚ ਆ ਜਾਏਗਾ, ਜਿੰਨਾ ਸਬਰ ਸੰਤੋਖ 'ਚ ਆਏਗਾ ਉਨੀਆਂ ਹੀ ਇਹ ਮਾੜੀਆਂ ਹਰਕਤਾਂ ਤੋਂ ਬਚ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਸਬਰ ਸੰਤੋਖ ਤੇਰੇ ਅੰਦਰ ਆਏਗਾ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ। ਪਰ ਸੋ ਗੁਰਮੁਖ ਨਾਮ ਜਪਿਆ ਵੱਡ ਭਾਗੀ। ਕਿਹਨਾਂ ਨੇ ਜਪਿਆ? ਕਹਿੰਦੇ ਨੇ ਜਿਹੜੇ ਗੁਰਮੁਖ, ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਜਿਹੜੇ ਗੁਰੂ ਵਾਲੇ ਬਣ ਗਏ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਸਮਰਪਣ ਕਰ ਦਿੱਤਾ, ਉਹ ਗੁਰਮੁਖਾਂ ਨੇ, ਉਹ ਵਡਭਾਗੀ ਹੋ ਗਏ। ਤੇ ਵਡਭਾਗੀ ਦੇ ਅਰਥ ਵੀ ਆਪਾਂ ਬੜੀ ਵਾਰ ਕਰ ਚੁੱਕੇ ਹਾਂ। ਵਡਭਾਗੀ ਕੌਣ ਹੁੰਦਾ ਹੈ? ਅਸੀਂ ਕਹਿੰਦੇ ਹਾਂ ਜਦੋਂ ਜਿਹੜਾ ਨਹੀਂ ਨਾ ਆਇਆ ਗੁਰੂ ਘਰ, ਉਹਨੂੰ ਕਹੀਏ ਵੀ ਆਇਆ ਕਰ, ਉਹ ਕਹਿੰਦੇ ਜੀ ਸਾਡੇ ਭਾਗ ਕਿੱਥੇ, ਜਦੋਂ ਹੋਣਗੇ ਉਦੋਂ ਆਵਾਂਗੇ। ਤੇ ਫਿਰ ਆਉਣਾ ਕਾਹਦੇ ਲਈ ਹੈ? ਵੱਡੇ ਭਾਗ ਕਰਨ ਵਾਸਤੇ ਹੀ ਤੇ ਆਉਣਾ, ਵੀ ਸਾਡੇ ਵੱਡੇ ਭਾਗ ਹੋਣ। ਜਦੋਂ ਤੁਸੀਂ ਕਿਸੇ ਕਲੱਬ, ਪੱਬ, ਪੈਲਸ ਵਿੱਚੋਂ ਦੀ ਜਾਂਦੇ ਹੋ ਤੇ ਤੁਹਾਨੂੰ ਕੋਈ ਰਸਤੇ 'ਚ ਮਿਲ ਜਾਏ, ਤੁਸੀਂ ਪੁੱਛੇ ਵੀ ਕਿੱਥੋਂ ਆਏ ਹੋ, ਤੁਸੀਂ ਕਹੋ ਵੀ ਪੈਲਸ ਤੋਂ ਆਇਆ, ਅੱਜ ਫਲਾਣੇ ਕਲੱਬ ਵਿੱਚੋਂ ਆਇਆ, ਫਲਾਣੇ ਥਾਂ ਤੋਂ ਮੇਲੇ ਵਿੱਚੋਂ ਆਇਆ, ਮੇਲਾ ਵੇਖ ਕੇ ਆਇਆ, ਤੇ ਤੁਹਾਨੂੰ ਕੋਈ ਕਹੇਗਾ ਤੂੰ ਕਿੱਡੇ ਭਾਗਾਂ ਵਾਲਾ ਹੈ? ਕੋਈ ਨਹੀਂ ਕਹੇਗਾ। ਜਦੋਂ ਤੁਸੀਂ ਕਿਤੇ ਗੁਰੂ ਦਰ ਤੋਂ ਹੋ ਕੇ ਸੰਗਤ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਜਾਓ, ਤੇ ਤੁਹਾਨੂੰ ਰਸਤੇ 'ਚ ਕੋਈ ਪੁੱਛੇ ਕਿੱਥੋਂ ਆਇਆ, ਤੁਸੀਂ ਕਹੋ ਵੀ ਗੁਰੂ ਘਰੋਂ ਸੇਵਾ ਕਰਕੇ ਆਇਆ, ਉਹ ਕੀ ਕਹੇਗਾ? ਉਹ ਕਹੇਗਾ ਤੂੰ ਕਿੱਡੇ ਭਾਗਾਂ ਵਾਲਾ ਹੈ। ਇੱਥੋਂ ਹੀ ਅੰਦਾਜ਼ਾ ਲਾ ਲਓ। ਇੱਕ ਕਹਿੰਦਾ ਮੈਂ ਮੇਲਾ ਵੇਖ ਕੇ ਆਇਆ, ਉਹਨੇ ਆਖਿਆ ਵੀ ਠੀਕ ਹੈ, ਪਰ ਜਿਹੜਾ ਕਹਿੰਦਾ ਮੈਂ ਸੇਵਾ ਕਰਕੇ ਆਇਆ, ਉਹਨੇ ਆਖਿਆ ਤੂੰ ਕਿੱਡੇ ਭਾਗਾਂ ਵਾਲਾ ਹੈ। ਵਡਭਾਗੀ ਕੌਣ ਹੈ? ਜਿਹਦੇ ਸਤਿਗੁਰੂ ਨੇ ਬੰਧਨ ਕੱਟ ਕੇ, ਬੁਰਾਈ ਤੋਂ ਬਚਾ ਕੇ ਨਾਮ ਦੀ ਬਖਸ਼ਿਸ਼ ਦੇ ਦਿੱਤੀ ਹੈ, ਉਹ ਵਡਭਾਗੀ ਹੈ। ਕਹਿੰਦੇ ਸੋ ਗੁਰਮੁਖ ਨਾਮ ਜਪਿਆ ਵਡਭਾਗੀ। ਤੇ ਜਿਨੇ ਵੱਡੇ ਭਾਗਾਂ ਵਾਲਿਆਂ ਨੇ ਗੁਰੂ ਦੇ ਰਾਹੀਂ ਨਾਮ ਜਪ ਲਿਆ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਜਿਹੜੇ ਉਹਦੇ ਦੁਸ਼ਟ ਸਨ, ਉਹਦੇ ਨਿੰਦਕ ਸਨ, ਕਹਿੰਦੇ ਐਸੀ ਰੱਬ ਦੀ ਮਾਰ ਉਹਨਾਂ ਤੇ ਪੈਂਦੀ ਹੈ। ਉਹ ਜਿਹੜੇ ਨਿੰਦਕ ਤੇ ਦੁਸ਼ਟ ਸੀ ਨਾ, ਉਹ ਵੀ ਲਿਆ ਕੇ ਪੈਰੀ ਪਾ ਦਿੱਤੇ, ਉਹ ਵੀ ਅੱਗੇ ਝੁਕ ਗਏ, ਉਹ ਵੀ ਅੱਗੇ ਨਿਭ ਗਏ ਉਹਦੇ। ਜਿਹੜੇ ਗੁਰੂ ਦੇ ਰਾਹੀਂ ਨਾਮ ਜਪ ਕੇ ਵੱਡੇ ਭਾਗਾਂ ਵਾਲੇ ਬਣੇ ਹਨ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਦੇਖੋ ਤਿੰਨੇ ਗੱਲਾਂ ਕਲੀਅਰ ਹੋ ਗਈਆਂ। ਪਹਿਲੀ ਪੰਕਤੀ ਵਿੱਚ ਸੀ ਧਿਆਈਐ, ਦੂਜੀ ਪੰਕਤੀ ਸੀ ਜਪੀਐ, ਅਖੀਰਲੀ ਪੰਕਤੀ ਵਿੱਚ ਆਰਾਧ। ਇੱਥੇ ਹੁਣ ਜਪ, ਇੱਥੇ ਹੁਣ ਧਿਆਉਣਾ ਨਹੀਂ ਮਹਾਰਾਜ ਨੇ ਕਿਹਾ, ਇੱਥੇ ਹੁਣ ਕਿਹਾ ਆਰਾਧ। ਇੱਥੇ ਆਰਾਧਨਾ ਦੀ ਗੱਲ ਕੀਤੀ ਹੈ। ਸਾਹਿਬ ਜੀ ਕਹਿੰਦੇ ਨੇ ਨਾਨਕ ਗੁਰੂ ਰਾਮਦਾਸ ਪਾਤਸ਼ਾਹ, ਨਾਮ ਆਰਾਧ। ਤੂੰ ਨਾਮ ਦੀ ਆਰਾਧਨਾ, ਹੁਣ ਧਿਆਉਣਾ ਤੇ ਜਪਣਾ ਪਿੱਛੇ ਰਹਿ ਗਿਆ, ਹੁਣ ਆਰਾਧ। ਤੇ ਆਰਾਧ ਕੀ ਸੀ? ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਜਿੱਥੇ ਨਿਮਖ ਜਿੰਨੀ ਵੀ ਢਿੱਲ ਨਹੀਂ ਹੁੰਦੀ। ਮਹਾਰਾਜ ਕਹਿੰਦੇ ਹੁਣ ਨਾਮ ਨੂੰ ਆਰਾਧ, ਦਿਨ ਰਾਤ ਆਰਾਧ, ਸਭਨਾ ਤੇ ਵੱਡਾ।
ਜਿਹੜਾ ਸਾਰਿਆਂ ਤੋਂ ਵੱਡਾ ਹੈ, ਜਿਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ। ਸਭ ਨਾਮੈ ਅੱਗੇ ਆਣ ਨਿਵਾਏ, ਕਹਿੰਦੇ ਜਿਹੜੇ ਉਹਨੇ ਆਪਣੇ ਹੁਕਮ ਦੇ ਵਿੱਚ ਸਾਰੇ ਅੱਗੇ ਲਿਆ ਕੇ ਨਿਵਾਏ ਨੇ ਨਾ, ਤੂੰ ਉਸ ਨਾਮ ਦੇ ਰੰਗਤ ਦੇ ਵਿੱਚ ਰੰਗ ਜਾ ਤੇ ਦਿਨ ਰਾਤ ਉਹਦੀ ਆਰਾਧਨਾ ਕਰ। ਜਿਸ ਤੋਂ ਵੱਡਾ ਸਾਈਂ ਕੋਈ ਨਹੀਂ, ਜਿਸ ਤੋਂ ਵੱਡਾ ਠਾਕੁਰ ਕੋਈ ਨਹੀਂ, ਜਿਸ ਤੋਂ ਵੱਡਾ ਮਾਲਕ ਕੋਈ ਨਹੀਂ ਹੈ। ਉਹ ਸਭ ਤੋਂ ਵੱਡਾ ਮਾਲਕ ਸਾਈਂ ਠਾਕੁਰ ਇੱਕੋ ਹੀ ਹੈ, ਉਹ ਹੈ ਅਕਾਲ ਪੁਰਖ ਪਰਮੇਸ਼ਵਰ। ਉਹਦੇ ਨਾਮ ਦਾ ਸਿਮਰਨ ਕਰ। ਆਪਣੇ ਆਪਣੇ ਮਨ ਨੂੰ ਹੋਕਾ ਦਈਏ, ਮਨਾ ਤੂੰ ਉਹਦੇ ਨਾਮ ਨੂੰ ਧਿਆ, ਉਹਦੇ ਨਾਮ ਦੀ ਮੰਗ ਕਰ ਤੇ ਇੱਕੋ ਹੀ ਚੀਜ਼ ਮੰਗਿਆ ਕਰ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਅਸੀਂ ਵੀ ਇਸੇ ਲਈ ਗੁਰੂ ਸਾਹਿਬ ਦੇ ਦਰ ਤੇ ਆਏ ਆ ਤੇ ਆ ਕੇ ਇਹ ਖੈਰ ਮੰਗਦੇ ਰਹਿਣਾ ਹੈ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉਏ ਹੋ, ਨਾਨਕ ਚਾਉਏ ਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਇਹ ਮੰਗ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਤੇ ਮੰਗ ਕੇ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਹੇ ਮਨ, ਤੂੰ ਦਿਨ ਰਾਤ ਸੱਚੇ ਨਾਮ ਦੀ ਆਰਾਧਨਾ ਕਰਿਆ ਕਰ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਜਿਹੜਾ ਉਹ ਸਾਡਾ ਤੁਹਾਡਾ ਬਣ ਸਕੇ। ਗੁਰੂ ਪਾਤਸ਼ਾਹ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਜਿਹੜੇ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗੇ ਆ ਮੁਬਾਰਕ, ਜਿਹੜੇ ਹਜੇ ਬਾਣੇ ਦੇ ਰੰਗ ਵਿੱਚ ਨਹੀਂ ਰੰਗੇ, ਬਾਣੀ ਨਾਲ ਨਹੀਂ ਜੁੜੇ, ਅਰਦਾਸਾਂ ਬੇਨਤੀਆਂ ਕਰੋ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਹੋਵੇ, ਅਸੀਂ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗ ਕੇ ਆਪਣਾ ਜੀਵਨ ਲੇਖੇ ਲਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਸਭਨਾਂ ਤੇ ਕਿਰਪਾ ਕਰਨ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਸੋ ਗੁਰਮੁਖ ਨਾਮ ਜਪਿਆ ਵਡ ਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।